ਜਦੋਂ ਵੀਰੇ ਮੈਂ ਆਇਆ ਇੱਥੇ ਉਦੋਂ ਬਟ ਮੇਰਾ ਜੀ ਬਿਲਕੁਲ ਵੀ ਨਹੀਂ ਲੱਗਿਆ। ਮੈਨੂੰ ਇਹ ਲੱਗਿਆ ਵੀ ਯਾਰ ਵੀ ਇਹ ਤਾਂ ਮੈਂ ਉਦੋਂ ਵੀ ਵੱਡੀ ਗਲਤੀ ਕਰ ਲਈ ਕੈਨੇਡਾ ਆ ਕੇ ਨਾ। ਹਾਂਜੀ, ਕਿਉਂਕਿ ਮੈਂ ਇੱਥੇ ਦੇਖਦਾ ਸੀਗਾ ਬੱਚੇ ਜਿਹੜੇ ਮੇਰੇ ਨਾਲ ਦੇ ਸੀਗੇ ਉਹਨਾਂ ਨੇ ਪੜ੍ਹਨਾ, ਸ਼ਾਮ ਨੂੰ ਉਹ ਕੰਮ ਕਰਦੇ ਸੀਗੇ ਜੀ। ਤੇ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਮੈਂ ਉੱਦਾਂ ਦੀ ਮੈਂ ਸਟੱਡੀ ਕਰ ਰਿਹਾ ਸੀ ਜਿਹਦੇ ਵਿੱਚ ਮੈਨੂੰ ਇੰਟਰਸਟ ਸੀਗਾ। ਤੇ ਮੈਂ ਸਿਰਫ ਪਾਰਟ ਟਾਈਮ ਜੌਬ ਕਰਦਾ ਸੀ ਜਿੰਨਾ ਕਿ ਮੇਰਾ ਖਰਚਾ ਸੀਗਾ। ਫਿਰ ਮੈਂ ਤਾਂ ਨਿਸ਼ਚਿੰਤ ਹੋ ਗਿਆ ਸੀਗਾ ਵੀ ਵਰਕ ਪਰਮਿਟ ਜਦੋਂ ਮੁੱਕ ਗਿਆ ਮੈਂ ਅਗਲਾ ਵਰਕ ਪਰਮਿਟ ਅਪਲਾਈ ਕਰ ਦੂੰਗਾ ਤੇ ਮੈਂ PR ਹੋ ਜਾਊਂਗਾ ਤੇ ਵੀ ਹੁਣ ਕੰਮ ਸੈੱਟ ਕਰੀਏ। ਹਾਂਜੀ, ਬਟ ਗਲਤੀ ਕੀ ਹੋਈ ਮੈਨੂੰ ਪਤਾ ਨਹੀਂ ਸੀ। ਮੇਰੀ ਪਤਾ ਨਹੀਂ ਕਿਉਂ ਵੀ ਮੈਂ ਇਹ ਕੰਮ ਵਾਸਤੇ ਨਹੀਂ ਬਣਿਆ ਹਨਾ, ਵੀ ਮੇਥੋਂ ਨਹੀਂ ਆਹ ਕੰਮ ਹੁੰਦਾ ਵੀ ਤੁਹਾਡੇ ਪੈਸੇ ਉਹਨੇ ਮਾਰ ਲਈ ਤੁਸੀਂ ਅੱਗੇ ਕਿਸੇ ਦੇ ਪੈਸੇ ਮਾਰ ਲਓ। ਹਾਂਜੀ, ਹਨਾ ਗ੍ਰੈਵਲ ਦੇ ਵਿੱਚ ਇਹ ਬਹੁਤ ਚੱਲਦਾ। ਜਿਹੜੇ ਬਾਈ ਗ੍ਰੈਵਲ ਇੰਡਸਟਰੀ ਨਾਲ ਰਿਲੇਟਡ ਆ ਉਹਨਾਂ ਨੂੰ ਪਤਾ ਹੋਊਗਾ ਵੀ ਸਾਡੇ ਬਹੁਤ ਪੈਸੇ ਮਰਦੇ ਨੇ ਹਨਾ, ਕੰਪਨੀਆਂ ਵੀ ਮਾਰਦੀਆਂ ਨੇ। ਮੈਂ ਇੱਕ ਮੇਰੇ ਦੋਸਤ ਨਾਲ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਆਹ ਕੰਮ ਸ਼ੁਰੂ ਕਰਦੇ ਹਾਂ। ਹਾਂਜੀ, ਇੱਥੇ ਆਪਣਾ ਹੱਥ ਪੈ ਸਕਦਾ ਵੀ ਇਹ 'ਚ ਇਨਵੈਸਟਮੈਂਟ ਵੀ ਕੋਈ ਜ਼ਿਆਦਾ ਨਹੀਂ। ਅਸੀਂ $1500 ਤੋਂ ਲਾ ਕੇ ਅਸੀਂ ਉਹ ਕੰਮ ਸ਼ੁਰੂ ਕੀਤਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਗੋਬਿੰਦ ਸੰਧੂ। ਕੈਨੇਡਾ 'ਚ ਮੌਜੂਦ ਹਾਂ ਤੇ ਟੌਪ ਦੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦਾ ਆ ਰਿਹਾ। ਅੱਜ ਬਾਈ ਜਿਹੜਾ ਮੇਰੇ ਨਾਲ ਬੈਠਾ, ਇਹ ਬਾਈ 11-12 ਦੇ ਅਰਾਊਂਡ ਕੈਨੇਡਾ ਆਇਆ ਸੀ ਤੇ ਉਸ ਤੋਂ ਬਾਅਦ ਇਹਨੇ ਆਪਦਾ ਬਿਜ਼ਨਸ ਸਟੈਬਲਿਸ਼ ਕੀਤਾ। ਉਸ ਤੋਂ ਬਾਅਦ ਕੁਝ ਸਰਕਮਸਟੈਂਸਾਂ ਕਰਕੇ ਬਾਈ ਨੂੰ ਵਾਪਸ ਇੰਡੀਆ ਜਾਣਾ ਪਿਆ ਤੇ ਉਸ ਤੋਂ ਬਾਅਦ ਫੇਰ ਵਾਪਸ ਆ ਕੇ ਕਿਵੇਂ ਬਾਈ ਨੇ ਫੇਰ ਆਪਦੇ ਇੱਥੇ ਪੈਰ ਅਜਮਾਏ, ਉਹ ਸਾਰੀਆਂ ਗੱਲਾਂ ਬਾਤਾਂ ਤੇ ਕਿਵੇਂ ਇੱਕ ਸਟੂਡੈਂਟ ਇੰਡੀਆ ਤੋਂ ਚੱਲ ਕੇ ਇੱਥੇ ਆ ਕੇ ਕਾਮਯਾਬ ਹੋ ਸਕਦਾ, ਕਿਹੜੀਆਂ ਸਕਿੱਲਸ ਉਹਨੂੰ ਸਿੱਖਣੀਆਂ ਚਾਹੀਦੀਆਂ, ਕਿਵੇਂ ਉਹ ਸ਼ਿਫਟਾਂ ਤੋਂ ਖਹਿੜਾ ਛਡਾ ਸਕਦਾ, ਬਾਈ ਸਾਰੀਆਂ ਗੱਲਾਂ ਕਵਰ ਕਰੂਗਾ। ਸੋ ਮੇਰੇ ਨਾਲ ਸਟੂਡੀਓ 'ਚ ਨੇ ਬਾਈ ਦੀਪ ਹਜਰਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਬਾਈ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਆਡੀਅנס ਨੂੰ ਇਹ ਦੱਸੋ ਕਿ ਤੁਸੀਂ ਇੰਡੀਆ ਤੋਂ ਕਿੱਥੋਂ ਤੇ ਆਪਣੀ ਜਿਹੜੀ ਮੁੱਢਲੀ ਤੁਹਾਡੀ ਪੜ੍ਹਾਈ ਆ ਉਹ ਕਿੱਥੇ ਹੋਈ? ਵੀਰੇ ਮੇਰਾ ਪਿੰਡ ਮੇਰਾ ਹੈਗਾ ਹਰਿਆਣੇ 'ਚ, ਰਤੀਆ ਸ਼ਹਿਰ ਆ, ਛੋਟਾ ਜਿਹਾ ਕਸਬਾ ਇੱਕ ਮਾਨਸਾ ਦੇ ਨਾਲ ਇਹ ਹਰਿਆਣੇ 'ਚ ਪੈ ਜਾਂਦਾ ਜੀ। +2 ਮੈਂ ਉੱਥੇ ਕੀਤੀ ਆ ਜੀ। ਉਦੋਂ ਬਾਅਦ 'ਚ ਮੈਂ ਮਕੈਨੀਕਲ ਇੰਜੀਨੀਅਰਿੰਗ ਉਹ ਮੈਂ ਪੰਜਾਬ ਤੋਂ ਕੀਤੀ ਆ, ਰਿਮਟ ਕਾਲਜ ਮੰਡੀ ਗੋਬਿੰਦਗੜ੍ਹ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਬਾਈ ਤੁਸੀਂ ਕਿਹੜੇ ਸਾਲ 'ਚ ਤੁਸੀਂ ਕੈਨੇਡਾ ਆਏ ਤੇ ਤੁਹਾਡੀ ਏਜ ਉਸ ਅਰਾਊਂਡ ਕਿੰਨੀ ਕੁ ਸੀਗੀ ਬਾਈ? ਮੈਂ ਵੀਰੇ ਜਦੋਂ ਕੈਨੇਡਾ ਆਇਆ 2012 ਦਸੰਬਰ 'ਚ ਜੀ। ਮੇਰੀ ਉਦੋਂ 24 ਸਾਲ ਦੀ ਏਜ ਸੀਗੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਸੀਂ 24 ਸਾਲਾਂ 'ਚ ਤੁਸੀਂ ਕੋਈ ਉੱਥੇ ਜੌਬ ਕੀਤੀ ਇੰਡੀਆ ਕਿ ਤੁਸੀਂ ਸਿੱਧਾ ਮਤਲਬ ਕਹਿ ਸਕੀਏ ਵੀ ਫਰੈਸ਼ ਹੀ ਇੱਥੇ ਆ ਗਏ ਸੀਗੇ? ਐਕਚੁਅਲੀ ਵੀਰੇ ਗੱਲ ਇਸ ਤਰ੍ਹਾਂ, ਜਦੋਂ ਮੈਂ +2 ਕੀਤੀ ਸੀ ਨਾ ਜੀ ਤੇ ਮੈਂ ਬਿਜ਼ਨਸ ਕਰਨਾ ਚਾਹੁੰਦਾ ਸੀ। ਠੀਕ ਹੈ ਜੀ। ਤੇ ਇਸ ਕਰਕੇ ਮੈਂ ਚਾਹੁੰਦਾ ਸੀ ਮੈਂ ਕਮਰਸ ਲਵਾਂ। ਹਾਂਜੀ। ਬਟ ਪਾਪਾ ਮੇਰੇ ਡਾਕਟਰ ਨੇ, ਮੰਮੀ ਮੇਰੇ ਟੀਚਰ ਨੇ, ਗਵਰਨਮੈਂਟ ਜੌਬ ਕਰਦੇ ਆ ਦੋਨੋਂ। ਠੀਕ ਹੈ ਜੀ। ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਨਾਨ ਮੈਡੀਕਲ ਜਾਂ ਮੈਡੀਕਲ ਕਰ, ਹਾਂਜੀ, ਵੀ ਅੱਗੇ ਜਾ ਕੇ ਤੂੰ ਕੁਝ ਵੀ ਕਰ ਲਈ। ਠੀਕ ਹੈ ਜੀ। ਤਾਂ ਕਰਕੇ ਫਿਰ ਮੈਂ ਨਾਨ ਮੈਡੀਕਲ ਕੀਤੀ। ਨਾਨ ਮੈਡੀਕਲ ਤੋਂ ਬਾਅਦ ਮੈਨੂੰ ਜੌਬ ਮਿਲ ਗਈ ਸੀਗੀ। ਉਹ ਮੈਂ ਕੁਝ ਟਾਈਮ ਕੀਤੀ ਬਟ ਮੇਰਾ ਉਹ 'ਚ ਜੀ ਨਹੀਂ ਲੱਗਿਆ, ਮੈਂ ਛੱਡਤੀ। ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਤਾਂ ਵੀ ਕੋਈ ਆਪਦਾ ਬਿਜ਼ਨਸ ਕਰਨਾ ਇੱਥੇ ਹਨਾ, ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਘਰਦਿਆਂ ਨੂੰ। ਜੀ ਜੀ। ਬਟ ਬਿਕੋਜ਼ ਘਰਦੇ ਮੇਰੇ ਦੋਨੋਂ ਗਵਰਨਮੈਂਟ ਜੌਬ ਕਰਦੇ ਸੀਗੇ ਤਾਂ ਤੁਹਾਨੂੰ ਪਤਾ ਜਿਹੜਾ ਬੰਦਾ ਸਾਰੀ ਉਮਰ ਜਿਹਨੇ ਜੌਬ ਕੀਤੀ ਹੋਵੇ ਉਹਨੂੰ ਬਿਜ਼ਨਸ ਕੋਈ ਬਾਹਲਾ ਵਧੀਆ ਚੀਜ਼ ਨਹੀਂ, ਉਹਨੂੰ ਇਹ ਲੱਗਦਾ ਵੀ ਕੱਲ ਨੂੰ ਘਾਟਾ ਵੀ ਪੈ ਸਕਦਾ ਜਾਂ ਕੁਝ ਵੀ ਹੈ, ਵੀ ਜੌਬ ਵਾਲੀ ਲਾਈਫ ਸਿਕਿਉਰ ਆ ਹਨਾ। ਹਾਂਜੀ। ਤਾਂ ਬਟ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪੁਸ਼ ਕੀਤਾ ਵੀ ਤੂੰ ਜੌਬ ਹੀ ਕਰ, ਵੀ ਬਿਜ਼ਨਸ 'ਚ ਕੁਝ ਨਹੀਂ ਰੱਖਿਆ। ਜੀ। ਮੈਂ ਬਹੁਤ ਕੋਸ਼ਿਸ਼ ਕੀਤੀ। ਮੈਂ ਜਿਮ ਦੇਖੀ ਸਾਡੇ ਰਤੀਏ ਮਿਲਦੀ ਸੀ ਮੈਨੂੰ ₹1,00,000 ਦੀ। ਮੈਂ ਕਿਹਾ ਵੀ ਮੈਨੂੰ ਇਹੀ ਦਵਾ ਦਿਓ ਵੀ 15,000 20,000 ਮੈਂ ਹਿਸਾਬ ਕਿਤਾਬ ਲਾਇਆ ਮੈਨੂੰ ਬਣ ਜਾ ਕਰੂ ਤੇ ਮੈਂ ਆਪਦਾ ਬਿਜ਼ਨਸ ਇੱਥੇ ਗਰੋ ਕਰਨਾ ਜਿਮ ਦਾ ਹਨਾ। ਠੀਕ ਹੈ ਜੀ। ਬਟ ਨਹੀਂ, ਮੇਰੇ ਪੈਰ ਨਹੀਂ ਲੱਗਣ ਦਿੱਤੇ ਘਰਦਿਆਂ ਨੇ। ਉਦੋਂ ਬਾਅਦ 'ਚ ਫਿਰ ਇੱਕ ਦਿਨ ਮੇਰੇ ਮੰਮੀ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਵੀ ਮੇਰਾ ਨਹੀਂ ਜੀ ਐਂ ਲੱਗਦਾ ਹਨਾ। ਅੱਛਾ ਜੀ। ਵੀ ਜਿਹੜੀ ਚੀਜ਼ ਮੈਂ ਸੋਚੀ ਸੀ ਮੈਂ ਕਰਨੀ ਤਾਂ ਉਹੀ ਆ ਵੀ ਬਟ ਹੁਣ ਇੰਡੀਆ 'ਚ ਇੰਨਾ ਮੈਂ ਹੈ ਨਹੀਂ ਸੀ, ਮੇਰੇ ਕੋਲ ਕਿਹੜਾ ਪੈਸੇ ਸੀਗੇ। ਪੈਸੇ ਤਾਂ ਘਰਦਿਆਂ ਤੋਂ ਲੈਣੇ ਸੀ ਕੰਮ ਕਰਨ ਨੂੰ। ਹਾਂਜੀ। ਤੇ ਮੰਮੀ ਮੇਰੇ ਕਹਿੰਦੇ ਵੀ ਇੱਕ ਕੰਮ ਕਰ ਤੂੰ, ਵੀ ਜੇ ਕੁਛ ਤੂੰ ਆਪਦਾ ਕਰਨਾ ਚਾਹੁੰਦਾ ਨਾ ਤੂੰ ਦੂਰ ਚਲਿਆ ਜਾ, ਵੀ ਕੈਨੇਡਾ ਚਲਿਆ ਜਾ, ਕਿਉਂਕਿ ਉਦੋਂ ਕੈਨੇਡਾ ਹੀ ਆਪਣੇ ਸਾਰੇ ਇੱਥੇ ਤੁਹਾਨੂੰ ਪਤਾ ਰਿਸ਼ਤੇਦਾਰ ਹੁੰਦੇ ਨੇ। ਹਾਂਜੀ। ਫਿਰ ਮੈਂ ਆਪਣੇ ਮੰਮੀ ਦੀ ਗੱਲ ਮੰਨ ਕੇ ਮੈਂ ਆਇਲਸ ਕੀਤੀ। ਆਇਲਸ ਕਰਕੇ ਮੈਂ ਇੱਥੋਂ ਦਾ ਅਪਲਾਈ ਕਰਤਾ ਤੇ ਮੈਂ ਇੱਥੇ ਆ ਗਿਆ। ਠੀਕ ਹੈ ਜੀ। ਇੱਕ
ਮੰਨ ਕੇ ਚਲੋ 24-25 ਸਾਲ ਦੀ ਉਮਰ 'ਚ ਬੰਦਾ ਮੈਚਿਓਰ ਆਪਾਂ ਕਹਿ ਸਕਦੇ ਆ ਹਨਾ, 4-5 ਸਾਲ ਦਾ ਐਕਸਪੀਰੀਅੰਸ ਬੰਦੇ ਕੋਲੇ ਹੁੰਦਾ, ਲਾਈਕ ਉਹ ਨਿਆਣਾ ਵੀ ਨਹੀਂ ਹੁੰਦਾ ਤੇ ਬਾਹਲਾ ਮੈਚਿਓਰ ਵੀ ਨਹੀਂ ਹੁੰਦਾ ਹਨਾ। ਜਦੋਂ ਤੁਸੀਂ ਇੱਥੇ ਕੈਨੇਡਾ ਲੈਂਡ ਹੋਏ, ਮਤਲਬ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਰਿਐਲਿਟੀ ਨੇ ਤੁਹਾਡੇ ਡ੍ਰੀਮਸ ਨੂੰ ਹਿੱਟ ਕੀਤਾ, ਉਹ ਹਿੱਟ ਕਿਹੋ ਜਿਹਾ ਸੀਗਾ ਬਈ, ਤੁਹਾਨੂੰ ਕਿਵੇਂ ਲੱਗਾ ਕੈਨੇਡਾ? ਮਤਲਬ ਕਹਿਣ ਦਾ ਮਤਲਬ ਇਹ ਹੈ, ਜਦੋਂ ਮੈਂ ਆਇਆ ਇੱਥੇ ਉਦੋਂ 12 ਦਸੰਬਰ ਦੀ ਠੰਡ ਸੀ ਬਹੁਤ ਜ਼ਿਆਦਾ ਹਨਾ। 15 ਦਿਨ ਮੈਂ ਆਪਦੇ ਰਿਸ਼ਤੇਦਾਰਾਂ ਕੋਲੇ ਰਿਹਾ। ਉਦੋਂ ਬਾਅਦ 'ਚ ਮੈਂ ਮਹਾ ਕਾਲਜ ਪੜ੍ਹਿਆ ਆਪਣਾ ਹੈਮਿਲਟਨ। ਠੀਕ ਹੈ ਜੀ। ਤੇ ਮੈਨੂੰ ਰੂਮ ਮਿਲਿਆ ਇੱਕ ਬਹੁਤ ਮੈਨੂੰ ਲੱਗਦਾ 100-150 ਸਾਲ ਪੁਰਾਣਾ ਘਰ ਹੋਣਾ ਹਨਾ। ਤੇ ਰਾਤ ਨੂੰ ਜਿਵੇਂ ਸੌਂਇਆ ਕਰਾਂ ਤਾਂ ਸਵੇਰੇ ਉੱਠਿਆ ਕਰਾਂ, ਜਿਵੇਂ ਆਪਣੇ ਭਰਿੰਡਾਂ ਨਹੀਂ ਲੜ ਜਾਂਦੀਆਂ ਹੁੰਦੀਆਂ ਅੱਖਾਂ ਤੇ ਜਾਂ ਕਿਤੇ, ਉਹ ਮੂੰਹ ਨੇ ਸੁੱਜ ਜਾਣਾ, ਮੈਨੂੰ ਲੱਗਣਾ ਵੀ ਇਹ ਹੀਟ ਹੁੰਦੀ ਆ, ਵੀ ਹੀਟ ਨਾਲ ਰਿਐਕਸ਼ਨ ਹੋ ਜਾਂਦਾ ਕਿਤੇ ਹਨਾ। ਹਾਂਜੀ। ਫਿਰ ਮੈਨੂੰ 2-3 ਮਹੀਨੇ ਬਾਅਦ 'ਚ ਪਤਾ ਲੱਗਿਆ, ਕਹਿੰਦੀ ਵੀ ਬਗਸ ਹੁੰਦੇ ਨੇ ਤੁਹਾਡੇ ਬਿਸਤਰੇ 'ਚ ਨਾ। ਹਾਂਜੀ। ਤੇ ਬਗਸ ਵਗੈਰਾ ਬਹੁਤ ਹੁੰਦੇ ਸੀਗੇ ਤੇ ਬਟ ਉਵੇਂ ਰੁਈ ਗਏ। ਬਟ ਮੇਰਾ ਜੀ ਬਿਲਕੁਲ ਵੀ ਨਹੀਂ ਲੱਗਿਆ। ਮੈਨੂੰ ਇਹ ਲੱਗਿਆ ਵੀ ਯਾਰ ਵੀ ਇਹ ਤਾਂ ਮੈਂ ਉਦੋਂ ਵੀ ਵੱਡੀ ਗਲਤੀ ਕਰ ਲਈ ਕੈਨੇਡਾ ਆ ਕੇ ਨਾ। ਹਾਂਜੀ। ਕਿਉਂਕਿ ਮੈਂ ਇੱਥੇ ਦੇਖਦਾ ਸੀਗਾ ਬੱਚੇ ਜਿਹੜੇ ਮੇਰੇ ਨਾਲ ਦੇ ਸੀਗੇ, ਉਹਨਾਂ ਨੇ ਪੜ੍ਹਨਾ, ਸ਼ਾਮ ਨੂੰ ਉਹ ਕੰਮ ਕਰਦੇ ਸੀਗੇ ਜੀ। ਤੇ ਲਾਈਫ ਬਹੁਤ ਜ਼ਿਆਦਾ ਹਾਰਡ ਸੀ। ਮੈਂ ਕੋਈ ਕੰਮ ਨਹੀਂ ਕੀਤਾ ਉਦੋਂ। ਤੇ ਕਿਉਂਕਿ ਉਹਦਾ ਰੀਜ਼ਨ ਇਹ ਸੀਗਾ ਵੀ ਮੈਂ ਇੱਥੇ ਆ ਕੇ ਇੰਟਰਨੈਸ਼ਨਲ ਬਿਜ਼ਨਸ ਸਟੱਡੀ ਕੀਤਾ ਸੀਗਾ, ਜਿਹਦੇ ਵਿੱਚ ਇੰਪੋਰਟ ਐਕਸਪੋਰਟ ਪੜ੍ਹਾਉਂਦੇ ਆ ਤੁਹਾਨੂੰ ਜੀ। ਤੇ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਮੈਂ ਉੱਦਾਂ ਦੀ ਮੈਂ ਸਟੱਡੀ ਕਰ ਰਿਹਾ ਸੀ ਵੀ ਜਿਹਦੇ ਵਿੱਚ ਮੈਨੂੰ ਇੰਟਰਸਟ ਸੀਗਾ। ਤੇ ਮੈਂ ਸਿਰਫ ਪਾਰਟ ਟਾਈਮ ਜੌਬ ਕਰਦਾ ਸੀ ਜਿੰਨਾ ਕੁ ਮੇਰਾ ਖਰਚਾ ਸੀਗਾ, ਬਟ ਮੈਂ ਸਾਰਾ ਧਿਆਨ ਮੇਰਾ ਪੜ੍ਹਾਈ 'ਚ ਹੁੰਦਾ ਸੀ। ਮੇਰੀ 1 ਸਾਲ ਦੀ ਪੜ੍ਹਾਈ ਸੀ, ਉਹ 8 ਮਹੀਨੇ 'ਚ ਪੂਰੀ ਹੋ ਜਾਂਦੀ ਆ ਜੀ। ਮਤਲਬ ਮੈਂ ਆਪਦਾ ਸਾਰਾ ਧਿਆਨ ਪੜ੍ਹਾਈ 'ਚ ਦਿੱਤਾ, ਮੈਂ ਕੋਈ ਕੰਮ ਨਹੀਂ ਕੀਤਾ ਐਜ਼ ਸੱਚ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਏ ਹਨਾ, ਕਿ 8 ਮਹੀਨਿਆਂ ਬਾਅਦ ਤੁਹਾਡੀ ਪੜ੍ਹਾਈ ਪੂਰੀ ਹੋ ਗਈ, ਉਦੋਂ ਨੂੰ ਕੋਈ ਸਾਲ ਚੇਂਜ ਹੋਇਆ ਸੀਗਾ ਕਿ ਉਸੇ ਸਾਲ 2013 ਸਤੰਬਰ ਅਕਤੂਬਰ ਦੇ ਵਿੱਚ, ਕਿਉਂਕਿ 1 ਸਾਲ ਦਾ ਹੀ ਵਰਕ ਪਰਮਿਟ ਮਿਲਦਾ ਤੁਹਾਨੂੰ ਸਾਲ ਦੀ ਪੜ੍ਹਾਈ ਕਰਕੇ। ਹਾਂਜੀ। ਓਨਟਾਰੀਓ 'ਚ ਤਾਂ ਪਤਾ ਸੀਗਾ ਵੀ PR ਨਹੀਂ ਮਿਲਣੀ। ਠੀਕ ਹੈ ਜੀ। ਤੇ ਫਿਰ ਜਦੋਂ ਜਿਵੇਂ ਜਿਵੇਂ ਪੜ੍ਹਾਈ ਸਾਡੀ ਐਂਡ ਆ ਰਹੀ ਸੀਗੀ ਤੇ ਮੈਂ ਦੇਖਦਾ ਰਹਿੰਦਾ ਸੀਗਾ ਵੀ ਕਿੱਥੇ ਰੂਲ ਸੌਖੇ ਨੇ। ਫਿਰ ਮੈਂ ਅਲਬਰਟਾ ਮੂਵ ਹੋ ਗਿਆ ਵੀਰੇ। ਜਿੱਦਾਂ ਮੇਰੀ ਪੜ੍ਹਾਈ ਖਤਮ ਹੋਈ, ਵਰਕ ਪਰਮਿਟ ਮੈਂ ਉੱਥੇ ਜਾ ਕੇ ਅਪਲਾਈ ਕੀਤਾ ਸੀਗਾ, ਮੈਂ ਅਲਬਰਟਾ ਚਲਾ ਗਿਆ, ਐਡਮਿੰਟਨ। ਉੱਥੇ ਜਾ ਕੇ ਤੁਸੀਂ ਫਿਰ ਜਦੋਂ ਵਰਕ ਪਰਮਿਟ ਤੁਹਾਡਾ ਆਇਆ ਹਨਾ, ਤੁਸੀਂ ਕਿਹੜੀ ਫੀਲਡ 'ਚ ਜੌਬ ਕੀਤੀ? ਵੀਰੇ ਜਦੋਂ ਮੈਂ ਉੱਥੇ ਗਿਆ, ਜਾ ਕੇ ਤਾਂ ਬੇਸਿਕ ਜੌਬਸ ਕੋਈ ਵੀ ਕਦੇ ਪੀਜ਼ੇ ਤੇ ਕਰ ਲਿਆ, ਕਿਤੇ ਕਰ ਲਿਆ ਹਨਾ। ਬਟ ਮੇਰੀ ਮੈਂ ਫਾਈਲ ਲਾਤੀ ਸੀਗੀ PNP ਦੀ, ਜਿਹਦੇ ਨਾਲ ਤੁਸੀਂ PR ਹੁੰਦੇ ਹੋ। ਤੇ ਕਰਦੇ ਕਰਦੇ ਮੈਂ ਇੱਕ ਆਈ ਜਿਵੇਂ ਕਹਿੰਦੇ ਹੁੰਦੇ ਵੀ ਧੱਕੇ ਖਾਂਦਾ ਮੈਂ ਇੱਕ ਦੁਕਾਨ ਤੇ ਚਲਿਆ ਗਿਆ। ਉੱਥੇ ਹੈਲੋਵੀਨ ਸਟੋਰ ਹੁੰਦਾ ਆਪਣੇ ਨਾ, ਇੱਥੇ ਜਿਵੇਂ ਇੰਡੀਆ ਦੀਵਾਲੀ ਹੁੰਦੀ ਆ, ਇੱਥੇ ਇੱਕ ਹੈਲੋਵੀਨ ਦਾ ਤਿਉਹਾਰ ਆਉਂਦਾ ਠੰਡ 'ਚ। ਅੱਛਾ ਜੀ। ਉਹਦੇ ਵਿੱਚ ਤੁਸੀਂ ਬੱਚਿਆਂ ਨੂੰ ਕਾਸਟਿਊਮਸ ਪਾਉਂਦੇ ਹੋ, ਜਿਵੇਂ ਕਿਸੇ ਨੇ ਸ਼ੇਰ ਦੀ ਡਰੈਸ ਪਾ ਲਈ, ਕਿਸੇ ਨੇ ਕਾਹਦੀ ਡਰੈਸ ਪਾ ਲਈ। ਤੇ ਉਹ 3 ਮਹੀਨੇ ਦਾ ਹੀ ਉਹ ਹੁੰਦਾ ਉਹ ਜੀ। ਤੇ ਮੈਨੂੰ ਉਹ ਸਟੋਰ ਤੇ ਕੰਮ ਮਿਲ ਗਿਆ। ਤੇ ਜਦੋਂ ਕੰਮ ਮਿਲਿਆ, ਮੇਰੀ ਮੈਨੇਜਰ ਨੇ ਮੈਨੂੰ ਇੱਕ ਦਿਨ ਬੁਲਾ ਕੇ ਕਹਿੰਦੀ ਨਾ ਵੀ ਤੂੰ ਸੇਲਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤੂੰ ਜੀ। ਮੈਨੂੰ ਪਤਾ ਲੱਗਿਆ ਵੀ ਮੈਂ ਕੋਈ ਚੀਜ਼ ਸੈੱਲ ਵੀ ਕਰ ਸਕਦਾ। ਮੈਨੂੰ ਨਹੀਂ ਪਤਾ ਸੀ, ਕਿਸੇ ਨੂੰ ਨਹੀਂ ਪਤਾ ਹੁੰਦਾ ਨਾ ਵੀ ਆਪਾਂ ਕਿਹੜੀ ਚੀਜ਼ ਵਾਸਤੇ ਬਣਿਆ। ਉਦੋਂ ਮੈਨੂੰ ਇਹ ਲੱਗਿਆ ਵੀ ਮੈਂ ਸੇਲਸ ਵਾਸਤੇ ਬਣਿਆ ਹਨਾ, ਵੀ ਮੈਂ ਜ਼ਿੰਦਗੀ ਜਿਹੜਾ ਕੋਈ ਕੰਮ ਕਰੂੰਗਾ ਮੈਂ ਸੇਲਸ ਨਾਲ ਰਿਲੇਟਡ ਕਰੂੰਗਾ, ਵੀ ਮੈਂ ਵਧੀਆ ਇਹ ਚੀਜ਼ 'ਚ। ਹਾਂਜੀ। ਉੱਥੇ ਹੀ ਕੰਮ ਕਰਦੇ ਕਰਦੇ ਨੂੰ ਮੈਨੂੰ ਸੇਲਸ ਦੀ ਕਿਉਂਕਿ ਉਹ ਹੈਲੋਵੀਨ ਸਟੋਰ ਦਾ ਬੰਦ ਹੋ ਗਿਆ, ਮੈਨੂੰ ਉੱਥੇ ਜੌਬ ਮਿਲ ਗਈ ਆਪਣਾ, ਜਿਵੇਂ ਕ੍ਰੈਡਿਟ ਕਾਰਡ ਸੈੱਲ ਕਰਨੇ ਆ ਤੁਸੀਂ, ਸਾਡੇ ਉੱਥੇ ਡਾਇਰੈਕਟ ਐਨਰਜੀ ਆ, ਬਿਜਲੀ ਦੇ ਕੰਟਰੈਕਟ ਸੈੱਲ ਕਰਨੇ ਆ। ਹਾਂਜੀ। ਇੱਕ ਕੰਪਨੀ ਸੀ, ਮੈਨੂੰ ਉਹਦੇ ਜੌਬ ਮਿਲ ਗਈ ਸੇਲਸ ਦੀ ਜੀ। ਮੈਂ ਉਹ ਜੌਬ ਕਰਨ ਲੱਗ ਗਿਆ ਤੇ ਉਹ ਮੈਨੂੰ ਮਤਲਬ ਬਹੁਤ ਵਧੀਆ ਲੱਗਦੀ ਸੀ ਜੌਬ। ਮੈਂ 7 ਦਿਨ ਕੰਮ ਕਰਦਾ ਸੀਗਾ ਜੀ। 12 ਘੰਟੇ ਦੀ ਸ਼ਿਫਟ ਹੁੰਦੀ ਸੀ 7 ਦਿਨ। ਤੇ ਉਹ ਮਤਲਬ ਮੈਂ ਇੰਨਾ ਵਧੀਆ ਕੰਮ ਕਰਦਾ ਸੀ। ਪੂਰੇ ਕੈਨੇਡਾ ਦੇ ਵਿੱਚ 250 ਬੰਦਾ ਸੀ ਸਾਡੀ ਕੰਪਨੀ ਦੇ ਵਿੱਚ ਜੀ। ਉਹਦੇ ਵਿੱਚ ਸਭ ਤੋਂ ਵੱਧ ਘੰਟੇ ਜਿਹੜੇ ਹੁੰਦੇ ਸੀਗੇ ਵੀਕਲੀ, ਉਹ ਮੇਰੇ ਹੁੰਦੇ ਸੀਗੇ। ਅੱਛਾ ਜੀ। ਮੈਨੂੰ ਵੀ ਉਹ ਮੇਰਾ ਇੱਥੋਂ ਮੈਨੇਜਰ ਗਿਆ ਇੱਕ ਵਾਰ, ਸਾਡੇ ਮਿਸਟਰੀ ਸ਼ਾਪਿੰਗ ਕਰਦੇ ਹੈਗੇ ਹਾਂਜੀ, ਕਿਉਂਕਿ ਉਹ ਸੇਲਸ ਪਿੱਛੋਂ ਚੈੱਕ ਕਰਦੇ ਵੀ ਕਿਵੇਂ ਕਰਦਾ ਕੰਮ। ਤਾਂ ਮੈਨੂੰ ਮੇਰੇ ਮੈਨੇਜਰ ਨੇ ਦੱਸਿਆ, ਕਹਿੰਦਾ ਤੈਨੂੰ ਪਤਾ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਘੰਟੇ ਤੇਰੇ ਹੁੰਦੇ ਨੇ ਰੋਜ਼ ਦੇ ਜੀ। ਕਿਉਂਕਿ ਮੈਂ ਛੁੱਟੀ ਲੈਂਦਾ ਹੀ ਨਹੀਂ ਸੀ। ਅੱਛਾ ਜੀ। ਮੈਂ 1-2 ਦਿਨ ਛੁੱਟੀ ਲੈਣ ਦੀ ਕੋਸ਼ਿਸ਼ ਕੀਤੀ ਵੀ ਚੱਲ ਘਰੇ ਰਹਿੰਦੇ ਆ ਹਨਾ, ਮੈਂ ਘਰੇ ਮੈਂ ਹੋਰ ਬੋਰ ਹੁੰਦਾ ਸੀਗਾ। ਜੌਬ ਤੇ ਐ ਹੁੰਦਾ ਸੀਗਾ ਵੀ ਰੋਜ਼ 4 ਬੰਦੇ ਆ ਗਏ, ਤੁਸੀਂ ਉਹਨਾਂ ਨਾਲ, ਕਿਉਂਕਿ ਸੇਲਸ ਦਾ ਕੰਮ ਕੀ ਹੁੰਦਾ, ਤੁਸੀਂ ਆਪਦਾ ਪ੍ਰੋਡਕਟ ਸੈੱਲ ਕਰਨਾ ਤੇ ਬੰਦੇ ਨਾਲ ਗੱਲਾਂ ਮਾਰਨੀਆਂ, ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ ਹਨਾ। ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀਗੀ ਤੇ ਮੈਂ 7 ਦਿਨ ਉਹੀ ਕੰਮ ਕਰਦਾ ਸੀ। ਮੈਂ ਇੰਜੋਏ ਕਰਦਾ ਸੀ ਆਪਦੀ ਲਾਈਫ, ਮਤਲਬ ਜੌਬ ਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਸੀਗਾ। ਹਾਂਜੀ। ਤੇ 8 ਮਹੀਨੇ ਬਾਅਦ ਉਹ ਮੈਨੂੰ ਕਹਿੰਦੇ ਵੀ ਅਸੀਂ, ਜਿਹੜਾ ਮੇਰਾ ਮੈਨੇਜਰ ਸੀਗਾ ਉਹਨੇ ਜੌਬ ਛੱਡਤੀ। ਉਹ ਕਹਿੰਦੇ ਵੀ ਅਸੀਂ ਤੈਨੂੰ ਐਜ਼ ਏ ਮੈਨੇਜਰ ਪ੍ਰਮੋਟ ਕਰਨ ਲੱਗੇ ਹਾਂ। ਹਾਂਜੀ। ਤੇ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਚਲੋ ਮੈਂ ਮੈਨੇਜਰ ਬਣ ਜਾਊਂਗਾ ਹਨਾ, ਵੀ 8 ਮਹੀਨੇ 'ਚ ਹੀ, ਵੀ ਕਈ 3-3 ਸਾਲ ਵੀ ਹੋ ਗਏ ਸੀ ਕਈਆਂ ਨੂੰ ਕੰਮ ਕਰਦੇ ਹੋਏ, ਵੀ ਜਿਹੜੇ ਹਜੇ ਉਹਨਾਂ ਨੇ ਉਹਨੂੰ ਆਫਰ ਨਹੀਂ ਕੀਤਾ, ਮੈਨੂੰ ਆਫਰ ਕੀਤੀ ਉਹਨਾਂ ਨੇ ਜੌਬ। ਹਾਂਜੀ। ਬਟ ਜਦੋਂ ਮੈਂ ਘਰੇ ਆ ਕੇ ਸੋਚਿਆ, ਮੈਂ ਕਿਹਾ ਵੀ ਜੇ ਮੈਂ ਮੈਨੇਜਰ ਬਣ ਗਿਆ, ਵੀ ਉਰੇ ਤੁਹਾਨੂੰ ਪਤਾ ਥੋੜ੍ਹੀਆਂ ਸਹੂਲਤਾਂ ਵੱਧ ਮਿਲਦੀਆਂ, ਕਿਉਂਕਿ ਉਰੇ ਤੁਹਾਨੂੰ ਪਤਾ ਜਿੱਦਾਂ ਦਾ ਕਾਰਪੋਰੇਟ ਸਿਸਟਮ ਹੈ ਇਹ,
ਜਿਵੇਂ ਜਿਵੇਂ ਤੁਸੀਂ ਪ੍ਰਮੋਟ ਹੁੰਦੇ ਜਾਂਦੇ ਹੋ ਤੁਹਾਨੂੰ ਸਹੂਲਤਾਂ ਇੰਨੀਆਂ ਦਿੰਦੇ ਰਹਿੰਦੇ ਨੇ ਵੀ ਤੁਸੀਂ ਛੱਡ ਨਹੀਂ ਸਕਦੇ ਇਹਨਾਂ ਨੂੰ ਫਿਰ। ਹਾਂਜੀ। ਤੇ ਮੈਂ ਸੋਚਿਆ, ਮੈਂ ਕਿਹਾ ਵੀ ਜੇ ਮੈਨੂੰ ਸਹੂਲਤਾਂ ਮਿਲ ਗਈਆਂ ਵੀ ਮੈਂ ਤਾਂ ਜੌਬ ਛੱਡ ਹੀ ਨਹੀਂ ਸਕਦਾ, ਮੈਂ ਤਾਂ ਇੱਥੇ ਬਿਜ਼ਨਸ ਕਰਨ ਆਇਆ ਸੀਗਾ। ਹਾਂਜੀ। ਤੇ ਮੇਰੀ ਸ਼ੁਰੂ ਤੋਂ ਮੈਨੂੰ ਇੱਕ ਆਦਤ ਰਹੀ ਹੈ ਵੀ ਜਿਹੜੀ ਚੀਜ਼ ਮੈਂ ਮੰਨ ਲਓ ਮੈਂ ਸੋਚਦਾ, ਮੇਰੇ ਵਿਚਾਰ ਨੇ, ਮੈਨੂੰ ਇਹ ਹੁੰਦਾ ਵੀ ਮੈਂ ਉਹ ਵਿਚਾਰਾਂ ਨੂੰ ਦੀ ਕਦਰ ਕਰਾਂ ਮੈਂ ਆਪ ਹੀ, ਹੈ ਨਾ। ਇਹ ਨਹੀਂ ਹੈਗਾ ਅੱਜ ਮੈਂ ਕੁਛ ਸੋਚੀ ਜਾਂਦਾ ਕੱਲ ਨੂੰ ਮੈਂ ਕੁਛ ਹੋਰ ਕਰਨ ਲੱਗ ਗਿਆ, ਉਹ ਪੁਰਾਣੀ ਗੱਲ ਮੈਂ ਛੱਡਦਾ, ਹੈ ਨਾ। ਮੈਂ ਜੌਬ ਤੋਂ ਰਿਜ਼ਾਈਨ ਕਰਤਾ, ਮੈਂ ਕਿਹਾ ਵੀ ਮੈਂ ਨਹੀਂ ਜੌਬ ਕਰਨੀ। ਅੱਛਾ ਜੀ। ਤੇ ਟਰੱਕ ਦਾ ਲਾਇਸੈਂਸ ਬਣਾਇਆ ਮੈਂ ਫਿਰ ਉਦੋਂ ਬਾਅਦ 'ਚ, ਕਿਉਂਕਿ ਜਦੋਂ ਮੈਂ ਦੇਖਿਆ ਵੀ ਹੋਰ ਕੀ ਕੰਮ ਕਰ ਸਕਦੇ ਆਪਾਂ ਐਜ਼ ਅ ਸਟੂਡੈਂਟ, ਤਾਂ ਮੈਨੂੰ ਲੱਗਿਆ ਵੀ ਸਿਰਫ ਇੱਕ ਟਰੱਕ ਹੀ ਹੈ ਵੀ ਜਿਹੜਾ ਸੌਖਾ ਹੈ ਟਰੱਕਿੰਗ 'ਚ ਜਾਣਾ, ਕਿਉਂਕਿ ਸਾਡਾ ਇੰਡੀਆ, ਸਾਡੀ ਟਰਾਂਸਪੋਰਟ ਹੈਗੀ ਆ। ਅੱਛਾ ਜੀ। 40-50 ਸਾਲ ਤੋਂ ਸਾਡਾ ਟਰੱਕਿੰਗ ਦਾ ਬਿਜ਼ਨਸ ਹੈ ਇੰਡੀਆ 'ਚ ਜੀ। ਤੇ ਕਹਿਣ ਦਾ ਮਤਲਬ ਵੀ ਮੈਂ ਵੱਡੇ ਹੀ ਟਰੱਕਾਂ 'ਚ ਹੋਇਆ, ਤੁਸੀਂ ਇਹ ਕਹਿ ਸਕਦੇ ਹੋ, ਹੈ ਨਾ। ਹਾਂਜੀ। ਤਾਂ ਮੈਨੂੰ ਇਹ ਲੱਗਿਆ ਵੀ ਇਹ ਕੰਮ ਮੈਨੂੰ ਇਹਦਾ ਹਿਸਾਬ ਹੈਗਾ, ਹੈ ਨਾ, ਆਪਾਂ ਟਰੱਕਿੰਗ ਕਰਦੇ ਹਾਂ ਜੀ। ਚਲੋ ਜੀ, ਟਰੱਕ ਦਾ ਲਾਇਸੈਂਸ ਲੈ ਲਿਆ ਮੈਂ। 3 ਕੁ ਮਹੀਨੇ ਮੈਂ ਚਲਾਇਆ ਕਿਸੇ ਦਾ ਟਰੱਕ। ਹਾਂਜੀ। ਅੰਕਲ ਬਹੁਤ ਜ਼ਿਆਦਾ ਚੰਗੇ ਸੀ, ਮੈਨੂੰ ਆਪਦੇ ਐਂ ਲਾ ਲਓ ਬੱਚਿਆਂ ਵਾਂਗੂ ਹੀ ਰੱਖਦੇ ਸੀ ਉਹ। ਜੀ। 3 ਕੁ ਮਹੀਨੇ ਬਾਅਦ ਹੀ ਮੈਂ ਆਪਦਾ ਪਹਿਲਾ ਟਰੱਕ ਲੈ ਲਿਆ ਜੀ। ਠੀਕ ਹੈ ਜੀ। ਹਾਂਜੀ। ਮੈਂ ਉਹ ਥੋੜ੍ਹੇ ਬਹੁਤੇ ਦੋਸਤਾਂ ਤੋਂ ਪੈਸੇ ਫੜੇ, ਥੋੜ੍ਹੇ ਬਹੁਤੇ ਮੈਂ ਇਕੱਠੇ ਕੀਤੇ ਸੀ ਪੈਸੇ, ਕਿਉਂਕਿ ਮੈਂ ਤਾਂ ਕੰਮ ਹੀ ਕਰਦਾ ਸੀਗਾ, ਖਰਚਾ ਤਾਂ ਮੇਰਾ ਕੋਈ ਹੈ ਨਹੀਂ ਸੀਗਾ। ਹਾਂਜੀ। ਤੇ ਥੋੜ੍ਹੇ ਬਹੁਤੇ ਮੈਂ ਇੰਡੀਆ ਤੋਂ ਪੈਸੇ ਮੰਗਾ ਲਏ, ਕਿਉਂਕਿ ਇੰਡੀਆ ਸਾਡੀ ਪੋਜੀਸ਼ਨ ਵਧੀਆ ਸੀਗੀ। ਜੀ। ਘਰਦਿਆਂ ਨੇ ਪੈਸੇ ਭੇਜਤੇ, ਚਲੋ ਮੈਂ ਪਹਿਲਾ ਟਰੱਕ ਚੱਕ ਲਿਆ। ਠੀਕ ਹੈ ਜੀ। ਤੇ ਜਿੰਨਾ ਕੁ ਵੀ ਮੇਰੇ ਤੇ ਐਂ ਲਾ ਲਓ ਵੀ 50,000 ਦਾ ਮੈਂ ਟਰੱਕ ਲਿਆ ਸੀਗਾ, 15-20,000 ਮੈਂ ਜਿੰਨਾ ਵੀ ਫੜਿਆ ਸੀ ਮੈਂ 2-3 ਮਹੀਨੇ 'ਚ ਆਪਦਾ ਟਰੱਕ ਫ੍ਰੀ ਕਰ ਲਿਆ। ਠੀਕ ਹੈ ਜੀ। ਅਗਲੇ ਸੀਜ਼ਨ 'ਚ ਮੈਂ ਇੱਕ ਹੋਰ ਟਰੱਕ ਚੱਕ ਲਿਆ। ਮੇਰੇ ਕੋਲ 2 ਟਰੱਕ ਹੋ ਗਏ, ਚਲੋ ਬਹੁਤ ਵਧੀਆ ਮੇਰਾ ਕੰਮ ਚੱਲ ਪਿਆ। ਹਾਂਜੀ। ਤੇ ਨਾਲ ਡਿਸਪੈਚ ਸ਼ੁਰੂ ਕਰਤੀ, ਵੀ ਹੋਰ ਵੀ ਟਰੱਕਾਂ ਨੂੰ ਕੰਮ ਦੇਣਾ ਸ਼ੁਰੂ ਕਰਤਾ। ਉਹਦੇ ਵਿੱਚ ਵੀ ਅਸੀਂ ਜਿੱਥੇ ਕੰਮ ਕਰਦੇ ਸੀ, ਮੈਨੂੰ ਜਿਹਤੋਂ ਅਸੀਂ ਮਤਲਬ ਵੀ ਡਿਸਪੈਚ ਲੈਂਦੇ ਹੁੰਦੇ ਸੀ, ਹਾਂਜੀ, ਉਹ ਬੰਦਾ ਮੈਨੂੰ ਮੁੰਡਾ ਕਹਿੰਦਾ ਵੀ ਤੇਰੇ 'ਚ ਲੀਡਰਸ਼ਿਪ ਸਕਿੱਲਸ ਹੈਗੇ ਆ, ਜੇ ਅਸੀਂ ਤੇਥੋਂ ਟਰੱਕ ਮੰਗੀਏ ਤੂੰ ਸਾਨੂੰ ਮਾਰਕੀਟ 'ਚੋਂ ਟਰੱਕ ਦੇ ਸਕਦਾ ਜੀ। ਮੈਂ ਕਿਹਾ ਕੋਈ ਨਹੀਂ, ਮੈਂ ਟਰਾਈ ਕਰ ਲੂੰਗਾ। ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਵੀ 5 ਟਰੱਕ ਚਾਹੀਦੇ ਆ ਸਾਨੂੰ, ਕੱਲ੍ਹ ਨੂੰ ਅਰੇਂਜ ਕਰ ਸਕਦਾ ਤੂੰ? ਮੈਂ ਆਪਦੇ ਯਾਰ ਦੋਸਤਾਂ ਨੂੰ ਫੋਨ ਕੀਤਾ, ਮੈਂ ਅਰੇਂਜ ਕਰਤੇ ਜੀ। 5 ਤੋਂ 10 ਹੋ ਗਏ, 10 ਤੋਂ 15, 15 ਤੋਂ 20, 25 ਟਰੱਕ ਤੱਕ ਵੀ ਅਸੀਂ ਦਿੰਦੇ ਸੀ ਉਹਨਾਂ ਨੂੰ ਜੀ। ਮੈਨੂੰ ਉਹਦੇ ਵਿੱਚ ਇਹ ਫਾਇਦਾ ਸੀਗਾ, ਮੇਰੇ ਟਰੱਕ ਬਿਜ਼ੀ ਰਹਿੰਦੇ ਸੀਗੇ। ਹਾਂਜੀ। ਬਟ ਟਰੱਕਿੰਗ 'ਚ ਮੈਂ ਇੰਨਾ ਜ਼ਿਆਦਾ ਰੁੱਝ ਗਿਆ, ਮੈਂ ਧਿਆਨ ਹੀ ਨਹੀਂ ਦਿੱਤਾ ਵੀ ਅਸਲੀ ਜਿਹੜਾ ਸਾਡਾ ਪ੍ਰਾਇਮਰੀ ਗੋਲ ਸੀਗਾ ਉਹ ਤਾਂ PR ਲੈਣ ਦਾ ਸੀਗਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਜਿਹੜਾ ਆਪਾਂ ਜਿਹੜੀ ਇਹ ਗੱਲ ਕਰ ਰਹੇ ਹਾਂ ਹਨਾ, ਉਹ ਕਿਹੜੇ ਸਾਲ ਦੇ ਅਰਾਊਂਡ ਪਹੁੰਚ ਗਈ ਸੀ ਗੱਲ? ਇਹ ਮੇਰੇ 14 ਦਾ ਐਂਡ ਤੇ 15 ਦੀ ਗੱਲ ਹੈ। ਠੀਕ ਹੈ। ਸਾਲ ਟੱਪ ਗਿਆ ਸੀਗਾ ਮੇਰਾ। ਤੇ ਉਦੋਂ ਤੁਹਾਡਾ ਧਿਆਨ PR ਤੋਂ ਜਮਾ ਹਟ ਚੁੱਕਿਆ ਸੀ, ਮਤਲਬ ਤੁਸੀਂ ਪੈਸੇ ਨਹੀਂ ਹੋ ਚੁੱਕੇ ਸੀ? ਪੈਸੇ ਵੱਲ ਹੀ ਹੋ ਗਿਆ ਸੀ, PR ਮੈਂ ਲਾਤੀ ਸੀ, ਮੇਰਾ ਫਾਈਲ ਨੰਬਰ ਆ ਗਿਆ ਸੀ। ਬਟ ਚੱਕਰ ਕੀ ਪਿਆ, ਕਿਉਂਕਿ ਮੇਰੇ ਕੋਲ ਸਾਲ ਦਾ ਵਰਕ ਪਰਮਿਟ ਸੀਗਾ, ਜਦੋਂ ਤੁਹਾਡੀ PR ਦੀ ਫਾਈਲ ਲੱਗ ਜਾਂਦੀ ਹੈ ਨਾ, ਇਹ ਤੁਹਾਡਾ ਵਰਕ ਪਰਮਿਟ ਰਿਨਿਊ ਕਰਦੇ ਰਹਿੰਦੇ ਨੇ ਜਿੰਨਾ ਚਿਰ ਤੁਹਾਡੀ PR ਆਉਂਦੀ ਨਹੀਂ ਜੀ। ਮੈਂ ਤਾਂ ਨਿਸ਼ਚਿੰਤ ਹੋ ਗਿਆ ਸੀਗਾ ਵੀ ਵਰਕ ਪਰਮਿਟ ਜਦੋਂ ਮੁੱਕ ਗਿਆ, ਮੈਂ ਅਗਲਾ ਵਰਕ ਪਰਮਿਟ ਅਪਲਾਈ ਕਰ ਦੂੰਗਾ ਤੇ ਮੈਂ PR ਹੋ ਜਾਊਂਗਾ ਤੇ ਵੀ ਹੁਣ ਕੰਮ ਸੈੱਟ ਕਰੀਏ। ਹਾਂਜੀ। ਬਟ ਗਲਤੀ ਕੀ ਹੋਈ, ਮੈਨੂੰ ਪਤਾ ਨਹੀਂ ਸੀ, ਮੇਰੀ ਵਰਕ ਪਰਮਿਟ ਤੇ ਮੇਰਾ ਜਿਹੜਾ ਪਾਸਪੋਰਟ ਸੀਗਾ ਉਹ ਇਕੱਠੇ ਐਕਸਪਾਇਰ ਹੋ ਗਏ। ਠੀਕ ਹੈ ਜੀ। ਜਿਵੇਂ ਮੇਰਾ ਨਵੰਬਰ 'ਚ ਵਰਕ ਪਰਮਿਟ ਐਕਸਪਾਇਰ ਹੋਇਆ ਜੀ, ਮੈਂ ਵਰਕ ਪਰਮਿਟ ਰਿਨਿਊ ਕਰਨ ਵਾਸਤੇ ਅਪਲਾਈ ਕਰਤਾ। 3-4 ਮਹੀਨੇ ਮੇਰਾ ਵਰਕ ਪਰਮਿਟ ਦੀ ਆਪਣੀ ਐਪਲੀਕੇਸ਼ਨ ਪੈਂਡਿੰਗ ਸੀਗੀ, ਆਇਆ ਨਹੀਂ ਰਿਜ਼ਲਟ ਜੀ। ਇਨ ਦਾ ਮੀਨ ਟਾਈਮ ਮੇਰਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ। ਠੀਕ ਹੈ ਜੀ। ਤੇ ਪਾਸਪੋਰਟ ਜਦੋਂ ਐਕਸਪਾਇਰ ਹੋ ਗਿਆ, ਮੈਂ ਉਹਨਾਂ ਨੂੰ ਐਪਲੀਕੇਸ਼ਨ ਭੇਜੀ ਵੀ ਰਿਨਿਊ ਕਰਨ ਵਾਸਤੇ। ਉਹ ਮੈਨੂੰ ਕਹਿੰਦੇ ਵੀ ਬਿਕੋਜ਼ ਤੇਰਾ ਪੁਰਾਣਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਨਵਾਂ ਹਜੇ ਆਇਆ ਨਹੀਂ, ਅਸੀਂ ਤੈਨੂੰ ਪਾਸਪੋਰਟ ਦੇ ਨਹੀਂ ਸਕਦੇ। ਇੰਡੀਅਨ ਐਮਬੈਸੀ ਵਾਲੇ ਕਹਿੰਦੇ। ਹਾਂਜੀ। ਤੇ ਉਧਰੋਂ ਮੈਨੂੰ ਵਰਕ ਪਰਮਿਟ ਵਾਲਿਆਂ ਦੀ ਲੈਟਰ ਆ ਗਈ ਵੀ ਤੇਰੇ ਕੋਲੇ ਪਾਸਪੋਰਟ ਨਹੀਂ ਹੈਗਾ ਵੈਲਿਡ ਹੁਣ। ਹਾਂਜੀ। ਵੀ ਸਾਨੂੰ ਪਾਸਪੋਰਟ ਜਮ੍ਹਾਂ ਕਰਾ, ਅਦਰਵਾਈਜ਼ ਅਸੀਂ ਤੇਰਾ ਵਰਕ ਪਰਮਿਟ ਰਿਜੈਕਟ ਕਰ ਦਾਂਗੇ, ਅਸੀਂ ਦੇਣਾ ਨਹੀਂ ਤੈਨੂੰ ਵਰਕ ਪਰਮਿਟ। ਅੱਛਾ ਜੀ। ਤੇ ਚਲੋ ਜੀ, ਮੈਂ ਬੜੀਆਂ ਮਿੰਨਤਾਂ ਕੱਢੀਆਂ ਆਪਣੇ ਐਮਬੈਸੀ ਵਾਲਿਆਂ ਦੀਆਂ, ਬਟ ਨਹੀਂ, ਉਹਨਾਂ ਨੇ ਮੇਰੀ ਗੱਲ ਸੁਣੀ ਤੇ ਮੈਨੂੰ ਮਨਾ ਕਰਤਾ ਵੀ ਅਸੀਂ ਤੈਨੂੰ ਪਾਸਪੋਰਟ ਨਹੀਂ ਦੇ ਸਕਦੇ। ਅੱਛਾ ਜੀ। ਤੇ ਉਧਰੋਂ ਮੈਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਪਾਸਪੋਰਟ ਮੰਗਿਆ ਸੀ, ਮੈਂ ਦੇ ਨਹੀਂ ਸਕਦਾ ਸੀ ਉਹਨਾਂ ਨੂੰ। ਹਾਂਜੀ। ਉਹਨਾਂ ਨੇ ਚੱਕ ਕੇ ਮੇਰਾ ਵਰਕ ਪਰਮਿਟ ਵੀ ਕੈਂਸਲ ਕਰਤਾ। ਠੀਕ ਹੈ ਜੀ। ਤੇ ਮੈਨੂੰ ਲੈਟਰ ਆ ਗਈ ਵੀ ਆਪਦੀ ਕੰਟਰੀ ਤੁਸੀਂ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਛੱਡ ਦਿਓ। ਤੇ ਮੈਂ ਬੜਾ ਫਸਿਆ, ਮੈਂ ਕਿਹਾ ਵੀ PR ਵੀ ਲੱਗੀ ਹੋਈ ਹੈ। ਉਧਰੋਂ ਮੇਰਾ ਜਿੱਦਣ ਮੈਨੂੰ ਇਹ ਲੈਟਰ ਆਇਆ ਨਾ ਵੀ ਕੰਟਰੀ ਛੱਡ ਦਿਓ, ਮੇਰਾ 4 ਜਾਂ 5 ਦਿਨ ਬਾਅਦ ਹੀ ਮੈਡੀਕਲ ਆ ਗਿਆ। ਅੱਛਾ ਜੀ। PR ਵਾਸਤੇ ਮੈਡੀਕਲ 'ਚ ਮੈਂ ਪਹਿਲਾਂ ਤਾਂ ਖੁਸ਼ ਆ ਵੀ ਚਲੋ ਮੈਡੀਕਲ ਹੋ ਗਿਆ, ਮੈਂ PR ਹੋ ਜਾਊਂਗਾ, ਹੈ ਨਾ। ਬਟ ਮੈਂ 1 ਮਹੀਨਾ 2 ਮਹੀਨੇ ਵੇਟ ਕੀਤੀ, ਮੈਨੂੰ ਉਹਨਾਂ ਨੇ ਕੋਈ ਮੇਰੀ PR ਦਾ ਮਤਲਬ ਮੈਨੂੰ ਕੋਈ ਲੈਟਰ ਨਹੀਂ ਆਈ ਜੀ। ਤੇ ਮੈਂ ਸੋਚਾਂ, ਮੈਂ ਕਿਹਾ ਮੈਂ ਹੁਣ ਕੀ ਕਰਾਂ, ਮੈਂ ਇੰਡੀਆ ਜਾਵਾਂ ਜਾਂ ਨਾ ਜਾਵਾਂ। ਮੈਂ ਉਰੇ ਜਿੰਨੇ ਕੰਸਲਟੈਂਟ ਹੁੰਦੇ ਨੇ ਬੜਿਆਂ ਤੋਂ ਰਾਇ ਲਈ, ਉਹ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਚਲਿਆ ਗਿਆ ਵੀ ਤੇਰੀ PR ਇਹਨਾਂ ਨੇ ਕੈਂਸਲ ਕਰ ਦੇਣੀ, ਇਹਨਾਂ ਨੇ ਕਹਿਣਾ ਵੀ ਇਹ ਬੰਦਾ ਇੰਟਰਸਟਡ ਨਹੀਂ ਹੈਗਾ PR ਲੈਣ 'ਚ ਜੀ। ਤੇ ਚਲੋ ਜੀ, ਕਰਾ ਕੇ ਮੇਰਾ 1.5 ਸਾਲ
ਮੈਂ ਇਦਾਂ ਹੀ ਇੱਥੇ ਲੁਕ ਛਿਪ ਕੇ ਟਾਈਮ ਪਾਸ ਕੀਤਾ ਜੀ ਮੈਂ ਉਹਦਾ ਬੇਸਮੈਂਟ 'ਚ ਹੀ ਰਹਿੰਦਾ ਸੀ ਕਿਉਂਕਿ ਐਡਮਿੰਟਨ 'ਚ ਤੁਸੀਂ ਕੈਸ਼ ਕੰਮ ਨਹੀਂ ਕਰ ਸਕਦੇ ਉੱਥੇ ਕੈਸ਼ ਕੰਮ ਨਹੀਂ ਹੁੰਦਾ ਹਨਾ ਅੱਛਾ ਜੀ ਜੇ ਤੁਸੀਂ ਆਊਟ ਆਫ ਸਟੇਟਸ ਚਲੇ ਗਏ ਤੁਹਾਡੇ ਕੋਲ ਉੱਥੇ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੀ ਤੇ ਜਿੰਨਾ ਵੀ ਮੈਂ ਕੰਮ ਆਪਦਾ ਸੈੱਟ ਕੀਤਾ ਸੀ ਉਹ ਮੇਰਾ ਹੌਲੀ ਹੌਲੀ ਮਤਲਬ ਵੀ ਜਿਵੇਂ ਕਹਿੰਦੇ ਡਾਊਨਫਾਲ ਸ਼ੁਰੂ ਹੋ ਗਿਆ ਜੀ 1.5 ਸਾਲ ਬਾਅਦ ਆਪਣਾ ਇੰਟਰਵਿਊ ਆਈ ਮੈਨੂੰ 2016 ਨਵੰਬਰ ਦੇ ਵਿੱਚ ਦਿੱਲੀ ਤੋਂ ਮੈਨੂੰ ਇੰਟਰਵਿਊ ਦੀ ਕਾਲ ਆਈ ਇਮੀਗ੍ਰੇਸ਼ਨ ਦੀ ਤੇ ਫਿਰ ਮੈਨੂੰ ਜਾਣਾ ਹੀ ਪੈਣਾ ਸੀ ਇੰਡੀਆ ਫਿਰ ਤੋਂ ਕੋਈ ਚਾਰਾ ਹੈ ਹੀ ਨਹੀਂ ਸੀ ਫਿਰ ਮੈਂ ਇੰਡੀਆ ਗਿਆ ਇੰਡੀਆ ਜਾ ਕੇ ਮੈਂ ਡਿਸਾਈਡ ਕੀਤਾ ਵੀ ਮੈਂ ਕੁਝ ਵੀ ਗਲਤੀ ਨਹੀਂ ਕੀਤੀ ਮੈਂ ਤੇ ਇਸ ਕਰਕੇ ਵੀ ਮੈਂ ਕੋਈ ਲਾਇਰ ਨਹੀਂ ਹਾਇਰ ਕਰਨਾ ਮੈਂ ਇੰਟਰਵਿਊ ਆਪਦੀ ਆਪ ਹੀ ਦੇਣ ਜਾਊਂਗਾ ਜੀ ਤੁਹਾਡੇ ਕੋਲ ਆਪਸ਼ਨ ਹੁੰਦਾ ਤੁਸੀਂ ਲਾਇਰ ਵੀ ਹਾਇਰ ਕਰ ਸਕਦੇ ਹੋ ਜਾਂ ਕੁਝ ਵੀ ਹਨਾ ਚਲੋ ਮੇਰੀ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਉਹਨਾਂ ਨੇ ਮੈਨੂੰ ਬੜੇ ਕੁਐਸਚਨ ਪੁੱਛੇ ਵੀ ਤੂੰ 1.5 ਸਾਲ ਕੀ ਕੀਤਾ ਉੱਥੇ ਤੂੰ ਵਾਪਸ ਕਿਉਂ ਨਹੀਂ ਆਇਆ ਤੇ ਮੈਂ ਉਹਨਾਂ ਨੂੰ ਆਪਦੀ ਸਾਰੀ ਐਕਸਪਲੇਨੇਸ਼ਨ ਦੱਸਤੀ ਵੀ ਐਂ ਕਰਕੇ ਮੈਨੂੰ ਤਾਂ ਕੰਸਲਟੈਂਟ ਸੀ ਜਿਹੜੇ ਉਹੀ ਮਿਸਗਾਈਡ ਕਰਦੇ ਸੀਗੇ ਵੀ ਬਟ ਮੈਂ ਇੱਕ ਕੰਮ ਕੀਤਾ ਵੀ ਜਦੋਂ ਮੈਨੂੰ ਕੋਈ ਵੀ ਕੰਸਲਟੈਂਟ ਰਹਿ ਦਿੰਦਾ ਸੀ ਨਾ ਵੀ ਤੂੰ ਇੰਡੀਆ ਨਾ ਜਾ ਇੱਥੇ ਰਹਿ ਮੈਂ ਉਹ ਸੇਮ ਟੂ ਸੇਮ ਉਹਨਾਂ ਨੂੰ ਈਮੇਲ ਕਰ ਦਿੰਦਾ ਸੀ ਇਮੀਗ੍ਰੇਸ਼ਨ ਨੂੰ ਵੀ ਕੰਸਲਟੈਂਟ ਮੈਨੂੰ ਇਹ ਕਹਿੰਦੇ ਨੇ ਵੀ ਇੰਡੀਆ ਨਾ ਜਾ ਵੀ ਤੁਸੀਂ ਮੈਨੂੰ ਦੱਸੋ ਮੈਂ ਇੰਡੀਆ ਜਾਵਾਂ ਜਾਂ ਨਾ ਜਾਵਾਂ ਤੇ ਇਮੀਗ੍ਰੇਸ਼ਨ ਵਾਲੇ ਕਦੇ ਇੱਥੇ ਰਿਪਲਾਈ ਕਰਦੇ ਨਹੀਂ ਕਦੇ ਵੀ ਕਿਸੇ ਨੂੰ ਬਟ ਜਿਹੜੇ ਉਹ ਲੈਟਰ ਲਿਖੇ ਸੀ ਉਹ ਮੇਰੇ ਕੰਮ ਆ ਗਏ ਉਹ ਹਾਂਜੀ ਮੈਂ ਇਮੀਗ੍ਰੇਸ਼ਨ ਵਾਲਿਆਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਲੁੱਕ ਨਹੀਂ ਰਹਿ ਰਿਹਾ ਸੀਗਾ ਹਾਂਜੀ ਵੀ ਮੈਂ ਤਾਂ ਤੁਹਾਨੂੰ ਲੈਟਰ ਭੇਜਦਾ ਹੁੰਦਾ ਸੀਗਾ ਵੀ ਮੈਂ ਇੰਡੀਆ ਆਉਣਾ ਚਾਹੁੰਦਾ ਬਟ ਮੇਰੇ ਕੋਲ ਪਾਸਪੋਰਟ ਹੀ ਨਹੀਂ ਹੈਗਾ ਹਾਂਜੀ ਤੇ ਜੇ ਮੈਂ ਆਉਂਗਾ ਤਾਂ ਮੈਂ ਕਿਵੇਂ ਆਵਾਂ ਤੁਸੀਂ ਮੈਨੂੰ ਦੱਸੋ ਹਨਾ ਬਟ ਉਹਨਾਂ ਨੇ ਕਦੇ ਮੈਨੂੰ ਰਿਪਲਾਈ ਹੀ ਨਹੀਂ ਕੀਤਾ ਜੀ ਉਹ ਬੈਨੀਫਿਟ ਆਫ ਡਾਊਟ ਮੇਰੇ ਹੱਕ 'ਚ ਗਿਆ ਜੀ ਚਲੋ ਮੇਰੀ ਇੰਟਰਵਿਊ ਹੋ ਗਈ ਇੰਟਰਵਿਊ ਤੋਂ ਬਾਅਦ ਇੱਕ ਮੈਂ ਇਹ 'ਚ ਹੋਰ ਗੱਲ ਐਡ ਕਰਨਾ ਚਾਹੁੰਦਾ ਵੀ ਜਦੋਂ ਮੈਂ PR ਲੱਗੀ ਹੋਈ ਸੀ ਮੇਰਾ ਵਿਆਹ ਰੱਖਿਆ ਹੋਇਆ ਸੀਗਾ ਅੱਛਾ ਜੀ ਬਟ ਮੈਂ ਆ ਨਹੀਂ ਸਕਿਆ ਉਦੋਂ ਕਿਉਂਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਤੇ ਸਾਨੂੰ ਵਿਆਹ ਵੀ ਕੈਨਸਲ ਕਰਨਾ ਪਿਆ ਜੀ ਹੈਨਾ ਮੈਰਿਜ ਮੇਰੀ ਫਿਰ 1.5 ਸਾਲ ਬਾਅਦ ਅਸੀਂ ਦੁਬਾਰਾ ਮੇਰੀ ਹੋਈ ਮੈਰਿਜ ਜਦੋਂ ਮੈਂ ਇੰਡੀਆ ਗਿਆ ਠੀਕ ਹੈ ਜੀ ਤੇ ਵਿੱਚ ਕਹਿਣ ਦਾ ਮਤਲਬ ਜਦੋਂ ਮੇਰੀ ਇੰਟਰਵਿਊ ਹੋ ਗਈ 2 ਸਾਲ ਮੈਨੂੰ ਇੰਡੀਆ ਹੀ ਵੇਟ ਕਰਨੀ ਪਈ ਜੀ ਨਾ ਤਾਂ ਉਹਨਾਂ ਨੇ ਮੈਨੂੰ ਹਾਂ ਕੀਤੀ ਨਾ ਮੈਨੂੰ ਨਾ ਕੀਤੀ ਠੀਕ ਹੈ PR ਦੀ ਤੇ ਮੈਂ ਵੇਟ ਕਰੀ ਗਿਆ ਮੈਂ ਕਿਹਾ ਵੀ ਅੱਜ PR ਆਊ ਕੱਲ ਨੂੰ PR ਆਊ ਲੋਕਾਂ ਨੇ ਵੀ ਪੁੱਛਣਾ ਵੀ ਤੂੰ ਇੰਡੀਆ ਕਿਉਂ ਵੀ ਇੰਡੀਆ ਆ ਗਿਆ ਤੂੰ ਕੈਨੇਡਾ ਵਾਪਸ ਕਿਉਂ ਨਹੀਂ ਜਾਂਦਾ ਜੀ ਉੱਥੇ ਤੁਸੀਂ ਕਿਸੇ ਨੂੰ ਕੀ ਜਵਾਬ ਦਿਓਗੇ ਨਾ ਤਾਂ ਤੁਸੀਂ ਆਪਦੀ ਸਾਰੀ ਸਟੋਰੀ ਦੱਸ ਸਕਦੇ ਹੋ ਕਿਸੇ ਨੂੰ ਮੇਰੇ ਨਾਲ ਕੀ ਬਣੀ ਹਨਾ ਹਾਂਜੀ ਤੇ ਕਈ ਲੋਕਾਂ ਨੂੰ ਸ਼ੱਕ ਪੈਂਦਾ ਸੀਗਾ ਵੀ ਇਹ ਕੋਈ 2 ਨੰਬਰ ਦਾ ਕੰਮ ਕਰਦਾ ਹੋਊਗਾ ਉੱਥੋਂ ਡਿਪੋਰਟ ਹੋ ਗਿਆ ਹਨਾ ਲੋਕਾਂ ਨੇ ਬਹੁਤ ਮਤਲਬ ਵੀ ਹਰ ਕੋਈ ਆਪੋ ਆਪਣੇ ਉਹ ਕਰਦਾ ਹਨਾ ਹਾਂਜੀ ਬਟ ਮੈਂ ਘਰੇ ਬੈਠਾ ਰਹਿੰਦਾ ਸੀ ਉੱਥੇ ਮੈਂ ਸਾਰਾ ਦਿਨ ਮੈਂ ਆਪਦਾ ਬੈਠਾ ਮੈਂ ਆਪਦੀ ਪਲੈਨਿੰਗ ਕਰਦਾ ਰਹਿੰਦਾ ਸੀ ਵੀ ਜੇ ਮੈਂ ਵਾਪਸ ਗਿਆ ਕੈਨੇਡਾ ਤਾਂ ਮੈਂ ਕੀ ਕਰੂੰ ਮਤਲਬ ਵੀ ਮੇਰੀ ਲਾਈਫ ਦੀ ਇੱਕ ਉਹ ਮੈਂ ਰੱਖੀ ਹੋਈ ਹੈ ਮੈਂ ਪੋਜ਼ਿਟਿਵ ਬਹੁਤ ਜ਼ਿਆਦਾ ਸੋਚਦਾ ਮੈਂ ਹਨਾ ਹਾਂਜੀ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਮੈਂ ਪੋਜ਼ਿਟਿਵ ਰਹਿਣਾ ਮੈਂ ਨੈਗੇਟਿਵ ਕੋਸ਼ਿਸ਼ ਕਰਦਾ ਬਹੁਤ ਘੱਟ ਹੋਵਾਂ ਬੰਦਾ ਹੋ ਜਾਂਦਾ ਹਨਾ ਹਾਂਜੀ ਇਸੇ ਗੱਲ ਕਰਕੇ ਮੈਂ ਮਤਲਬ ਪੋਜ਼ਿਟਿਵ ਰਹਿਣ ਵਾਸਤੇ ਮਤਲਬ ਮੇਰੀ ਸੋਚ ਜਿਹੜੀ ਨਕਾਰਵਾਦੀ ਨਾ ਹੋਵੇ ਮੇਰੇ 2 ਟਰੱਕ ਸੀ ਮੈਂ 1 ਟਰੱਕ ਵੇਚਤਾ ਮੈਂ 1 ਟਰੱਕ ਵੇਚਿਆ ਨਹੀਂ ਜੀ ਟਰੱਕ ਮੇਰਾ ਐਂ ਖੜਿਆ ਰਿਹਾ ਇੱਥੇ ਪਾਰਕ ਮੈਨੂੰ ਇਹ ਸੀਗਾ ਵੀ ਜੇ ਮੇਰੀ ਜੜ ਖਤਮ ਹੋ ਗਈ ਕੈਨੇਡਾ ਚੋਂ ਤਾਂ ਮੈਂ ਬਹੁਤ ਜ਼ਿਆਦਾ ਨੈਗੇਟਿਵ ਮੇਰੇ 'ਚ ਵਿਚਾਰ ਆਉਣ ਲੱਗ ਜਾਣਗੇ ਵੀ ਇੰਨਾ ਮੈਂ ਕੰਮ ਸੈੱਟ ਕੀਤਾ ਸੀਗਾ ਹੁਣ ਮੈਂ ਫੇਰ ਜ਼ੀਰੋ ਹੋ ਗਿਆ ਹਾਂਜੀ ਮੈਨੂੰ ਮੇਰੇ ਨਾਲ ਦੇ ਕਹਿੰਦੇ ਵੀ ਵੇਚ ਦੇ ਟਰੱਕ ਤੂੰ ਵੀ ਪੈਸੇ ਕਮਾ ਹਨਾ ਬਟ ਮੈਂ ਉਹ ਟਰੱਕ ਨਹੀਂ ਸੈੱਲ ਕੀਤਾ ਉਹ ਟਰੱਕ ਸੈੱਲ ਨਾ ਕਰਨ ਕਰਕੇ ਨਾ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਕੈਨੇਡਾ ਦੇ ਨਾਲ ਮੇਰਾ ਰਿਲੇਸ਼ਨ ਹੈਗਾ ਹਜੇ ਹਾਂਜੀ ਤਾਂ ਮੈਂ ਕਦੇ ਨਾ ਕਦੇ ਮੈਂ ਵਾਪਸ ਜਾਊਂਗਾ ਜੀ ਤੇ ਚਲੋ 2 ਸਾਲ ਬਾਅਦ 18 ਦੇ ਵਿੱਚ ਮੇਰੀ PR ਅਪਰੂਵ ਹੋ ਗਈ ਠੀਕ ਹੈ ਜੀ ਫਿਰ ਮੈਂ 18 ਚ ਆਇਆ ਇੱਥੇ ਵਾਪਸ 3 ਮਹੀਨੇ ਲਈ PR ਲੈਣ ਆਇਆ ਮੈਂ ਉਦੋਂ ਮੇਰਾ ਵਿਆਹ ਵੀ ਹੋ ਗਿਆ ਸੀ ਵਾਈਫ ਮੇਰੀ ਇੰਡੀਆ ਹੀ ਸੀਗੀ ਹਾਂਜੀ ਮੈਂ ਫੇਰ ਆ ਕੇ ਮੈਂ ਟਰੱਕਿੰਗ ਦਾ ਕੰਮ ਸਟਾਰਟ ਕਰ ਲਿਆ ਮੈਂ 1 ਟਰੱਕ ਹੋਰ ਪਰਚੇਜ਼ ਕਰ ਲਿਆ ਅਨੁਸਾਰ ਜੀ ਮੇਰੇ ਕੋਲ 2 ਟਰੱਕ ਹੋ ਗਏ ਮੈਂ ਫੇਰ ਉਹੀ ਦੁਬਾਰੇ ਉਸੇ ਕੰਮ 'ਚ ਰੁੱਝ ਗਿਆ ਮੈਂ 2-3 ਮਹੀਨੇ ਮੈਂ ਕੰਮ ਕੀਤਾ ਫਿਰ ਮੈਂ ਇੰਡੀਆ ਵਾਪਸ ਚਲਿਆ ਗਿਆ ਫਿਰ ਮੈਂ 19 ਦੇ ਵਿੱਚ ਆਇਆ ਵਾਪਸ ਠੀਕ ਹੈ ਆਪਦੀ ਵਾਈਫ ਦੇ ਨਾਲ ਹਾਂਜੀ ਬਟ ਜਦੋਂ ਵਾਈਫ ਨਾਲ ਮੈਂ ਐਡਮਿੰਟਨ ਗਿਆ ਤੇ ਮੈਨੂੰ ਲੱਗਿਆ ਵੀ ਯਾਰ ਵੀ ਇਹ ਟਰੱਕਿੰਗ ਕੰਮ ਮੈਂ ਨਹੀਂ ਕਰ ਸਕਦਾ ਮੇਰਾ ਟਰੱਕਿੰਗ ਤੋਂ ਵੀ ਜੀ ਅੱਕ ਗਿਆ ਕਿਉਂਕਿ ਮੈਨੂੰ ਲੱਗਿਆ ਵੀ ਇਹਦੇ ਵਿੱਚ ਗਰੋਥ ਨਹੀਂ ਹੈਗੀ ਕਿਉਂਕਿ ਮੋਸਟਲੀ ਜਿਹੜੀ ਮੈਂ ਟਰੱਕਿੰਗ ਕਰਦਾ ਸੀ ਉਹ 'ਚ ਆਪਣੇ ਪੰਜਾਬੀ ਲੋਕ ਜ਼ਿਆਦਾ ਹੁੰਦੇ ਨੇ ਹਾਂਜੀ ਪੈਸੇ ਬਹੁਤ ਮਰਦੇ ਆ ਉਹਦੇ 'ਚ ਹਨਾ ਤੇ ਮੈਂ ਇੱਕ ਦਿਨ ਡਿਸਾਈਡ ਕੀਤਾ ਉਹਦੀ ਵਾਈਫ ਨਾਲ ਮੈਂ ਕਿਹਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਵੀ ਪਤਾ ਨਹੀਂ ਕਿਉਂ ਵੀ ਮੈਂ ਇਹ ਕੰਮ ਵਾਸਤੇ ਨਹੀਂ ਬਣਿਆ ਹਨਾ ਵੀ ਮੇਥੋਂ ਨਹੀਂ ਆਹ ਕੰਮ ਹੁੰਦਾ ਵੀ ਤੁਹਾਡੇ ਪੈਸੇ ਉਹਨੇ ਮਾਰ ਲਈ ਤੁਸੀਂ ਅੱਗੇ ਕਿਸੇ ਦੇ ਪੈਸੇ ਮਾਰ ਲਓ ਹਾਂਜੀ ਹਨਾ ਗ੍ਰੈਵਲ ਦੇ ਵਿੱਚ ਇਹ ਬਹੁਤ ਚੱਲਦਾ ਜਿਹੜੇ ਬਾਈ ਗ੍ਰੈਵਲ ਇੰਡਸਟਰੀ ਨਾਲ ਰਿਲੇਟਡ ਆ ਉਹਨਾਂ ਨੂੰ ਪਤਾ ਹੋਊਗਾ ਵੀ ਸਾਡੇ ਬਹੁਤ ਪੈਸੇ ਮਰਦੇ ਨੇ ਹਨਾ ਕੰਪਨੀਆਂ ਵੀ ਮਾਰਦੀਆਂ ਨੇ ਤੇ ਸਾਡੇ ਆਪਦੇ ਲੋਕ ਵੀ ਇੱਕ ਦੂਜੇ ਦੇ ਪੈਸੇ ਬਹੁਤ ਮਾਰਦੇ ਨੇ ਜੀ ਤੇ ਮੈਂ ਡਿਸਾਈਡ ਕੀਤਾ ਮੈਂ ਕਿਹਾ ਵੀ ਮੈਂ ਇਹ ਕੰਮ ਨਹੀਂ ਕਰਨਾ ਤੇ ਮੈਂ ਕੋਈ ਵਧੀਆ ਆਪਦਾ ਬਿਜ਼ਨਸ ਕਰਨਾ ਹੁਣ ਮੇਰੇ ਕੋਲ PR ਹੈਗੀ ਆ ਤੇ ਫਿਰ ਅਸੀਂ ਲਾ ਲਓ ਵੀ ਅੱਜ ਅਸੀਂ ਡਿਸਾਈਡ ਕੀਤਾ 2 ਤੋਂ 3 ਦਿਨਾਂ ਦੇ ਵਿੱਚ ਅਸੀਂ ਐਡਮਿੰਟਨ ਛੱਡਤਾ ਸੀਗਾ ਠੀਕ ਹੈ ਜੀ ਦੋਨੋਂ ਟਰੱਕ ਮੇਰੇ ਡਰਾਈਵਰ ਸੀਗੇ ਮੈਂ ਡਰਾਈਵਰਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਰੱਖ ਲਓ ਟਰੱਕ ਜਦੋਂ ਤੁਹਾਡੇ ਕੋਲੇ ਪੈਸੇ ਹੋਣਗੇ ਤੁਸੀਂ ਮੈਨੂੰ ਮੋੜ ਦਿਓ ਜੀ ਕੋਈ ਚੱਕਰ ਨਹੀਂ
ਇੱਕ ਟਰੱਕ ਮੈਂ ਉਹਦੇ ਦੋਸਤ ਨੂੰ ਸੈੱਲ ਕਰਤਾ, ਇੱਕ ਮੇਰੇ ਡਰਾਈਵਰ ਨੇ ਰੱਖ ਲਿਆ ਤੇ ਮੈਂ ਇੱਥੇ ਆ ਗਿਆ ਜੀ। ਠੀਕ ਹੈ ਜੀ। ਇਹ ਤੁਸੀਂ 2019 ਦੇ ਵਿੱਚ ਉਰੇ ਵਾਪਸ ਆ ਗਏ ਸੀ, ਟੋਰਾਂਟੋ ਚ ਆ ਗਏ ਸੀ? 19 ਦੇ ਵਿੱਚ ਮੈਂ ਬਰੈਂਪਟਨ ਆ ਗਿਆ ਸੀਗਾ। ਠੀਕ ਹੈ ਜੀ। ਇੱਕ ਤੁਸੀਂ ਇੱਥੇ ਟਰਮ ਯੂਜ਼ ਕੀਤੀ ਆ ਵੀ ਟਰੱਕਿੰਗ ਚ ਇੰਨੀ ਗਰੋਥ ਹੈ ਨਹੀਂ, ਹਨਾ? ਮੈਂ ਚਲੋ ਇਹ ਵਿਸ਼ੇ ਤੋਂ ਥੋੜਾ ਜਿਹਾ ਅੱਡਾ ਚੀਜ਼, ਹਨਾ? ਮੈਂ ਇਹ ਚਾਹੁੰਦਾ ਕਿ ਤੁਸੀਂ ਇਹ ਚੀਜ਼ ਐਕਸਪਲੇਨ ਕਰੋਗੇ ਵੀ ਟਰੱਕਿੰਗ ਚ ਗਰੋਥ ਕਿਉਂ ਨਹੀਂ, ਤੁਸੀਂ ਇਹ ਟਰਮ ਕਿਉਂ ਦਿੱਤੀ? ਟਰੱਕਿੰਗ ਮੇਰੇ ਉਰੇ ਦੋ ਤਰ੍ਹਾਂ ਦੀ ਹੈ, ਇੱਕ ਹੈਗੀ ਹੈ ਹਾਈਵੇ ਦੀ ਟਰੱਕਿੰਗ ਜੀ, ਇੱਕ ਹੈਗੀ ਹੈ ਗ੍ਰੈਵਲ ਦੀ ਟਰੱਕਿੰਗ, ਹਨਾ ਜੀ। ਗ੍ਰੈਵਲ ਦੇ ਵਿੱਚ ਕੀ ਹੁੰਦਾ ਵੀ ਇਹ ਮੋਸਟਲੀ ਜਿਵੇਂ ਆਪਾਂ ਇੰਡੀਆ ਦੇਖਿਆ, ਆਪਾਂ ਟਰੈਕਟਰਾਂ ਨਾਲ ਭਰਤ ਪਾਉਂਦੇ ਆ, ਹਾਂਜੀ। ਮੋਸਟਲੀ ਐਂ ਲਾ ਲਓ ਵੀ ਇੱਥੇ ਟਰੈਕਟਰ ਤਾਂ ਹੈ ਨਹੀਂ, ਇੱਥੇ ਟੈਂਡਮ ਟਰੱਕ ਯੂਜ਼ ਹੁੰਦੇ ਨੇ ਜੀ। ਉਹਦੇ ਵਿੱਚ ਕੀ ਆ, ਜਿਹੜੀ ਤੁਹਾਡੀ ਪੇਮੈਂਟ ਆ ਨਾ ਉਹ 3 ਮਹੀਨੇ ਬਾਅਦ ਚ ਆਉਂਦੀ ਆ। ਠੀਕ ਹੈ। ਤੁਸੀਂ ਅੱਜ ਕੰਮ ਕਰੋ, ਖਰਚੇ ਤੁਹਾਡੇ ਅੱਜ ਹੋਣਗੇ, ਪੇਮੈਂਟ ਤੁਹਾਨੂੰ 3 ਮਹੀਨੇ ਬਾਅਦ ਚ ਮਿਲੂਗੀ ਜੀ। ਤੇ ਮੋਸਟਲੀ ਕੀ ਹੁੰਦਾ ਵੀ 3 ਮਹੀਨੇ ਜੋ ਤੁਸੀਂ ਵੇਟ ਕਰਦੇ ਹੋ ਉਹਦੇ ਵਿੱਚ ਜਿਹੜੀ ਉਹ ਕੰਪਨੀ ਆ, ਹੋ ਸਕਦਾ ਕੰਪਨੀ ਬੈਂਕਰਪਟ ਹੋ ਜੇ ਜੀ। ਹੋ ਸਕਦਾ ਜਿਵੇਂ ਮੰਨ ਲਓ ਮੈਂ 25 ਮੈਂ ਦੱਸਿਆ ਵੀ ਮੈਂ ਮੈਂ ਟਰੱਕਾਂ ਨੂੰ ਡਿਸਪੈਚ ਕਰਦਾ ਸੀ, ਹਨਾ? ਹੋ ਸਕਦਾ ਮੈਂ ਹੀ ਮੇਰਾ ਹੀ ਦਿਲ ਬੇਈਮਾਨ ਹੋ ਜੇ, ਹਨਾ? ਮੈਂ ਮੰਨ ਲਓ ਮੈਂ ਕਿਸੇ ਨੂੰ $50,000 ਦੇਣਾ, ਮੈਂ ਕੀ ਕਹਿਣਾ ਯਾਰ ਵੀ ਤੇਰੇ ਇੱਥੇ 2 ਘੰਟੇ ਘੱਟ ਲੱਗੇ ਸੀਗੇ, ਹਾਂਜੀ। ਤੇਰੀ ਪੇਮੈਂਟ ਘੱਟ ਆਈ ਆ, 50,000 ਦਾ ਮੈਂ ਤੁਹਾਨੂੰ ਦਊਂਗਾ 42,000। ਹਾਂਜੀ। ਹਾਂ, ਇਹ ਪ੍ਰੈਕਟਿਸ ਆਮ ਹੀ ਚੱਲਦੀ ਆ, ਹਨਾ? ਠੀਕ ਹੈ ਜੀ। ਉਹਦਾ ਰੀਜ਼ਨ ਮੈਨੂੰ ਬੰਦੇ ਨੂੰ ਇਹ ਹੁੰਦਾ ਯਾਰ ਵੀ 3 ਮਹੀਨੇ ਬਾਅਦ ਪੈਸੇ ਮਿਲਣੇ ਆ, ਜੇ 50 ਦਾ 45 ਆ ਤਾਂ 45 ਮਿਲ ਜੇ, ਚੱਲ ਕੁਛ ਤਾਂ ਆਵੇ ਹੱਥ 'ਚ, ਹਨਾ? ਹਾਂਜੀ। ਤੇ ਇਹ ਮਤਲਬ ਬਹੁਤ ਤਕੜੇ ਲੈਵਲ ਤੇ ਉੱਥੇ ਸਿਸਟਮ ਚੱਲਦਾ ਹੈ, ਮਤਲਬ ਤੁਹਾਡੇ ਪੈਸੇ ਮਰਨੇ ਆ। ਠੀਕ ਹੈ ਜੀ। ਤੇ ਮੈਨੂੰ ਇਹ ਲੱਗਿਆ, ਮੈਂ ਇੱਕ ਦਿਨ ਮੈਂ ਹਿਸਾਬ ਕਿਤਾਬ ਲਾਇਆ, ਮੈਂ ਕਿਹਾ ਮੈਂ ਵੱਧ ਤੋਂ ਵੱਧ ਮੈਂ ਕਿੰਨੇ ਕੁ ਟਰੱਕ ਪਾ ਸਕਦਾ, ਹਨਾ? ਮੈਨੂੰ ਲੱਗਿਆ ਵੀ ਮੈਂ 4-5 ਟਰੱਕ ਕਰ ਸਕਦਾ ਇਹ ਬਿਜ਼ਨਸ ਦੇ ਵਿੱਚ। ਹਾਂਜੀ। 4-5 ਟਰੱਕਾਂ ਨਾਲ ਮਤਲਬ ਵੀ ਜੋ ਮੇਰੀ ਹਰ ਬੰਦੇ ਦੇ ਇੱਕ ਗੋਲ ਹੁੰਦੇ ਆ ਜ਼ਿੰਦਗੀ 'ਚ, ਹਨਾ? ਵੀ ਜਿਹੜੇ ਮੇਰੇ ਗੋਲ ਨੇ ਉਹ ਪੂਰੇ ਨਹੀਂ ਹੋ ਸਕਦੇ, ਹਨਾ ਜੀ। ਤੇ ਸ਼ੁਰੂ ਤੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਜਿੰਨਾ ਚਿਰ ਮੈਂ ਜਿਹੜੀ ਚੀਜ਼ ਮਤਲਬ ਵੀ ਆਪਾਂ ਸੋਚਦੇ ਹਾਂ ਵੀ ਮੈਂ ਆਹ ਕੰਮ ਕਰਨਾ ਹੈ, ਚਾਹੇ ਉਹ ਜਿੱਡੀ ਮਰਜ਼ੀ ਚੀਜ਼ ਹੋਵੇ, ਜਿਹੜੀ ਉਹ ਮੇਰੇ ਗੋਲ ਤੋਂ ਮੈਨੂੰ ਚੀਜ਼ ਦੂਰ ਕਰਦੀ ਹੈ, ਮੈਂ ਉਹ ਚੀਜ਼ ਛੱਡ ਦਿੰਦਾ। ਮੈਂ ਕਦੇ ਵੀ ਮਤਲਬ ਵੀ ਮੈਂ ਕੰਫਰਟੇਬਲ ਜ਼ੋਨ ਨਹੀਂ ਬਣਾਉਂਦਾ ਆਪਦਾ ਲਾਈਫ ਦੇ ਵਿੱਚ ਨਾ, ਵੀ ਹੁਣ ਟਰੱਕ ਚਲਾਉਣ ਲੱਗ ਗਿਆ ਯਾਰ, ਛੱਡ ਕੇ ਰਿਸਕ ਲੈਣਾ ਬਰੈਂਪਟਨ ਜਾ ਕੇ, ਵੀ ਕੰਮ ਚੱਲੇ ਨਾ ਚੱਲੇ, ਹਨਾ? ਮੈਨੂੰ ਪਤਾ ਸੀਗਾ ਵੀ ਇਹ ਚੀਜ਼ ਮੇਰੇ ਗੋਲ ਨੂੰ ਪੂਰਾ ਨਹੀਂ ਕਰਦੀ, ਛੱਡ ਦੋ। ਠੀਕ ਹੈ ਜੀ। ਹਾਂ, ਛੱਡ ਕੇ ਮੈਂ ਬਰੈਂਪਟਨ ਆ ਗਿਆ ਵੀਰੇ। ਤੇ ਜਦੋਂ ਤੁਸੀਂ ਬਰੈਂਪਟਨ ਆਏ ਇੱਥੇ ਆ ਕੇ ਫਿਰ ਕੋਈ ਜੌਬ ਕੀਤੀ ਕਿ ਆਪਦਾ ਕੰਮ ਕਰ ਸ਼ੁਰੂ ਕੀਤਾ ਤੁਸੀਂ? ਵੀਰੇ ਜਦੋਂ ਮੈਂ ਬਰੈਂਪਟਨ ਆਇਆ ਸੀ, ਮੈਂ ਸੋਚ ਕੇ ਆਇਆ ਸੀ ਮੈਂ ਜੌਬ ਤਾਂ ਕਰਨੀ ਹੋਈ ਨਹੀਂ, ਜੌਬ ਤਾਂ ਮੈਂ ਪਹਿਲਾਂ ਹੀ ਛੱਡ ਗਿਆ ਸੀਗਾ 15 ਚ। ਕਰੂੰਗਾ ਤਾਂ ਮੈਂ ਆਪਦਾ ਕੰਮ ਕਰੂੰਗਾ, ਨਹੀਂ ਮੈਂ ਘਰੇ ਬੈਠਾ ਰਹੂੰਗਾ। ਮੈਂ ਕੀ ਕਰਦਾ ਸੀ ਵੀਰੇ, ਮੈਨੂੰ ਇੱਥੇ ਰੀਅਲ ਸਟੇਟ ਦਾ ਕੰਮ ਬਹੁਤ ਵਧੀਆ ਲੱਗਿਆ ਤੇ ਮੈਂ ਕਿਸੇ ਆਪਣੇ ਮੇਰੇ ਭਾਜੀ ਆ ਤੇ ਮੈਂ ਉਹਨਾਂ ਨਾਲ ਐਜ਼ ਅ ਵਲੰਟੀਅਰ ਮੈਂ ਕੰਮ ਸਿੱਖਣ ਲੱਗ ਗਿਆ ਉਹਨਾਂ ਤੋਂ ਰੀਅਲ ਸਟੇਟ ਦਾ। ਮੈਂ ਉਹਨਾਂ ਦੇ ਨਾਲ ਜਾਣਾ, ਉਹਨਾਂ ਦੇ ਆਫਿਸ, ਹਨਾ? ਉਹਨਾਂ ਦੀ ਮਾਰਕੀਟਿੰਗ ਸਾਰਾ ਕੁਝ ਮੈਂ ਉਹਨਾਂ ਦਾ ਜੋ ਵੀ ਮੈਂ ਕਰ ਸਕਦਾ ਸੀਗਾ, ਮੈਂ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਦਾ ਸੀ ਇਨਵੋਲਵ ਹੋਵਾਂ ਉਹਨਾਂ ਨਾਲ ਤੇ ਵੀ ਮੈਂ ਕੰਮ ਸਿੱਖਾਂ, ਇਹਦਾ ਪ੍ਰਾਪਰਟੀ ਦਾ ਮੈਂ ਕੰਮ ਸਿੱਖਾਂ। ਨਾਲ ਨਾਲ ਮੈਂ ਉਹਦਾ ਲਾਇਸੈਂਸ ਦੀ ਤਿਆਰੀ ਕਰ ਰਿਹਾ ਸੀ ਤੇ ਮੈਂ ਲਾਇਬ੍ਰੇਰੀ ਜਾ ਕੇ ਥੋੜਾ ਬਹੁਤਾ ਪੜ੍ਹਦਾ ਸੀਗਾ। ਨਾਲ ਨਾਲ ਮੈਂ ਕੀ ਕਰਦਾ ਸੀ, ਮੈਂ ਨਾ ਜਿਵੇਂ ਇੱਥੇ ਕਲੀਨਿੰਗ ਦਾ ਬਿਜ਼ਨਸ ਹੁੰਦਾ ਉਹ ਰਾਤ ਨੂੰ ਹੁੰਦਾ, ਉਰੇ ਜਿੰਨੇ ਵੀ ਆਫਿਸ ਜਦੋਂ ਬੰਦ ਹੋ ਜਾਂਦੇ ਨੇ ਰਾਤ ਨੂੰ ਕਲੀਨਿੰਗ ਹੁੰਦੀ ਆ ਉਹਨਾਂ ਦੀ ਜੀ। ਮੈਂ ਕਲੀਨਿੰਗ ਦਾ ਜਿਹੜਾ ਲੋਕੀ ਬਿਜ਼ਨਸ ਕਰਦੇ ਮੈਂ ਉਹਨਾਂ ਕੋਲੇ ਚਲਿਆ ਜਾਂਦਾ ਸੀ ਪੁੱਛਣ ਉਹਨਾਂ ਨੂੰ ਵੀ ਇਹ ਕੰਮ ਕਿਵੇਂ ਹੁੰਦਾ, ਮੈਨੂੰ ਦੱਸੋ ਤੁਸੀਂ। ਮੈਂ ਕਦੇ ਕਿਸੇ ਰੇਡੀਓ ਵਾਲੇ ਕੋਲੇ ਚਲਿਆ ਗਿਆ ਵੀ ਇਹ ਰੇਡੀਓ ਦਾ ਕਿਵੇਂ ਕੰਮ ਹੁੰਦਾ, ਮੈਂ ਦੇਖਾਂ ਵੀ ਇਹ ਕੰਮ ਬਿਜ਼ਨਸ ਕਿਵੇਂ ਚੱਲਦਾ, ਹਨਾ? ਕਹਿੰਦਾ ਮਤਲਬ ਮੈਨੂੰ ਇਹ ਸੀਗਾ ਵੀ ਨਵੀਂ ਕੰਟਰੀ ਆ, ਆਪਣੇ ਇੰਡੀਆ ਦੇ ਹਿਸਾਬ ਵਾਲਾ ਦਾ ਬਿਜ਼ਨਸ ਇੱਥੇ ਹੈ ਨਹੀਂ, ਮੈਂ ਲਰਨ ਕਰਾਂ ਜੀ, ਹਨਾ? ਕਿਉਂਕਿ ਮੈਂ ਇੰਡੀਆ ਜਿਹੜੀ ਜੌਬ ਕੀਤੀ ਸੀ ਨਾ, ਮੈਂ ਐਜ਼ ਅ ਲੈਕਚਰਰ ਮੈਂ ਜੌਬ ਕੀਤੀ ਸੀਗੀ ਉੱਥੇ 6 ਮਹੀਨੇ ਬੱਚਿਆਂ ਨੂੰ ਮੈਂ ਪੜ੍ਹਾਇਆ ਸੀਗਾ। ਠੀਕ ਹੈ ਜੀ। ਤਾਂ ਮਤਲਬ ਮੇਰੇ ਦਿਮਾਗ 'ਚ ਇੰਨੀ ਕੁ ਇਮੇਜ ਹੈਗੀ ਸੀ ਵੀ ਜੇ ਤੁਸੀਂ ਕੰਮ ਕਰਨਾ ਤੁਸੀਂ ਪਹਿਲਾਂ ਸਿੱਖੋ, ਜਿੰਨਾ ਚਿਰ ਤੁਸੀਂ ਸਿੱਖਦੇ ਨਹੀਂ ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਹੁਣ ਮੈਂ ਤੁਹਾਨੂੰ ਕੁਝ ਵੀ ਕਹਦਾ ਵੀ ਯਾਰ ਤੂੰ ਆਹ ਕੰਮ ਕਰ ਲਾ ਜਾਂ ਤੂੰ ਆਹ ਕੰਮ ਕਰ ਲਾ, ਜਿੰਨਾ ਚਿਰ ਤੁਹਾਨੂੰ ਉਹਦੀ ਨੌਲੇਜ ਨਹੀਂ ਹੈਗੀ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਉਹਦੇ 'ਚ। ਤਾਂ ਮੈਂ ਬੜੇ ਆਏ ਮਤਲਬ 1 ਸਾਲ ਮੈਂ ਆਹੀ ਕੁਛ ਹੀ ਕੀਤਾ ਮੈਂ ਤੇ ਥੋੜਾ ਬਹੁਤਾ ਮੈਨੂੰ ਮਤਲਬ ਜਦੋਂ ਆਪਦਾ ਮੈਂ ਬਿਜ਼ਨਸ ਸੈੱਲ ਕੀਤਾ ਸੀ ਉਹਦੇ ਨਾਲ ਮੇਰਾ ਖਰਚਾ ਚੱਲੀ ਜਾਂਦਾ ਸੀਗਾ। ਕਰਦੇ 1 ਸਾਲ ਟੱਪ ਗਿਆ। ਠੀਕ ਹੈ ਜੀ। ਹਾਂਜੀ। 1 ਸਾਲ ਬਾਅਦ ਕੀ ਹੋਇਆ, ਕੋਵਿਡ ਆ ਗਿਆ। 2020 ਜਨਵਰੀ ਦੇ ਵਿੱਚ ਕੋਵਿਡ ਆ ਗਿਆ। ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ ਜੀ। ਮੈਂ ਜਿਹੜਾ ਰੀਅਲ ਸਟੇਟ ਦਾ ਲਾਇਸੈਂਸ ਲੈ ਰਿਹਾ ਸੀਗਾ ਉਹ ਕਾਲਜ ਵੀ ਬੰਦ ਹੋ ਗਿਆ। ਹਾਂਜੀ। ਹੁਣ ਮੈਨੂੰ ਵੇਟ ਕਰਨੀ ਪੈਣੀ ਸੀਗੀ ਵੀ ਜਿੰਨਾ ਚਿਰ ਕਾਲਜ ਨਹੀਂ ਖੁੱਲਦਾ ਮੇਰੇ ਕੋਲ ਲਾਇਸੈਂਸ ਨਹੀਂ ਆਉਣਾ, ਜਿੰਨਾ ਚਿਰ ਲਾਇਸੈਂਸ ਨਹੀਂ ਆਉਣਾ ਮੈਂ ਰੀਅਲ ਸਟੇਟ ਨਹੀਂ ਕਰ ਸਕਦਾ। ਹਾਂਜੀ। ਤੇ ਉਹਨੇ ਵਿੱਚ ਮੇਰੇ ਘਰ ਦੇ ਵੀ ਮੈਨੂੰ ਤਾਂ ਕੁਝ ਕਹਿੰਦੇ ਨਹੀਂ ਸੀਗੇ, ਉਹ ਮੇਰੀ ਵਾਈਫ ਨੂੰ ਪੁੱਛਦੇ ਰਹਿੰਦੇ ਸੀਗੇ ਵੀ ਇਹਨੇ ਕੋਈ ਕੰਮ ਸ਼ੁਰੂ ਕੀਤਾ ਜਾਂ ਹਜੇ ਵੀ ਵਿਹਲੇ ਹੀ ਫਿਰਦਾ ਹੈ। ਹਾਂਜੀ। ਵਾਈਫ ਨੇ ਡਰਦੀ ਨੇ ਮੈਨੂੰ ਕਈ ਵਾਰੀ ਕਹਿਣਾ ਵੀ ਤੂੰ ਕੋਈ ਕੰਮ ਕਰ ਵੀ, ਹਨਾ? ਹੁਣ ਮੈਨੂੰ ਪਤਾ ਹੈਗਾ ਵੀ ਮੈਂ ਸਿੱਖੀ ਜਾਂਦਾ, ਮੇਰੀ ਵਾਈਫ ਨੂੰ ਵੀ ਵੈਸੇ ਪਤਾ ਵੀ ਮੈਂ ਟਾਈਮ ਵੇਸਟ ਨਹੀਂ ਕਰ ਰਿਹਾ, ਬਟ ਤੀਜੇ ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ। ਮੈਨੂੰ ਬੜੇ ਲੋਕਾਂ ਨੇ ਕਹਿਣਾ ਤੇ ਕੋਈ ਟਰੱਕ ਦਾ ਲਾਇਸੈਂਸ ਆ ਵੀ ਤੂੰ ਪਾਗਲ ਆ ਵੀ ਤੂੰ ਟਰੱਕ ਤੇ ਚੜ੍ਹ ਜਾ ਦੁਬਾਰੇ। ਹਾਂਜੀ। ਬਟ ਉਹੀ ਗੱਲ ਹੁੰਦੀ ਹੈ, ਮੈਂ ਧਾਰ ਰੱਖੀ ਸੀ ਕਿ ਵੀ ਕਰੂੰਗਾ ਕੁਝ ਆਪਦਾ, ਕੋਈ ਵਧੀਆ ਬਿਜ਼ਨਸ ਕਰੂੰਗਾ ਜੀ। ਫਿਰ ਉਹਦੇ ਵਿੱਚ ਹੀ ਮੀਨ ਟਾਈਮ ਮੈਂ ਨਾ ਗੱਡੀਆਂ ਦੇ ਫਲੋਰ ਮੈਟਸ, ਇੱਥੇ ਸਨੋ ਬਹੁਤ ਪੈਂਦੀ ਆ, ਮੈਂ ਦੇਖਦਾ ਰਹਿੰਦਾ ਹੁੰਦਾ ਸੀਗਾ ਵੀ
ਕਿਹੜੀ ਚੀਜ਼ ਦੀ ਕੋਈ ਕਮੀ ਹੈ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਮੈਂ ਪੂਰੀ ਕਰ ਸਕਦਾ। ਬਿਜ਼ਨਸ ਐਦਾਂ ਹੀ ਹੁੰਦਾ ਹਨਾ। ਹਾਂਜੀ। ਤਾਂ ਮੈਨੂੰ ਇਹ ਲੱਗਿਆ ਵੀ ਯਾਰ ਗੱਡੀਆਂ ਦੇ ਵਿੱਚ ਜਿਹੜੇ ਫਲੋਰ ਮੈਟਸ ਹੁੰਦੇ ਨੇ ਉਹ ਕੋਈ ਬਾਹਲੇ ਵਧੀਆ ਨਹੀਂ ਹੁੰਦੇ। ਚਲੋ ਜੀ ਮੈਂ ਇੱਕ ਮੇਰੇ ਦੋਸਤ ਨਾਲ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਆਹ ਕੰਮ ਸ਼ੁਰੂ ਕਰਦੇ ਹਾਂ। ਹਾਂਜੀ। ਇੱਥੇ ਆਪਣਾ ਹੱਥ ਪੈ ਸਕਦਾ ਵੀ ਇਹ 'ਚ ਇਨਵੈਸਟਮੈਂਟ ਵੀ ਕੋਈ ਜ਼ਿਆਦਾ ਨਹੀਂ। ਅਸੀਂ $1500 ਤੋਂ ਲਾ ਕੇ ਅਸੀਂ ਉਹ ਕੰਮ ਸ਼ੁਰੂ ਕੀਤਾ। ਅਸੀਂ 2 ਗੱਡੀਆਂ ਦੇ ਮੈਟ ਤਿਆਰ ਕਰਾਏ। ਅਸੀਂ ਉਹ ਸੈੱਲ ਕਰਨ ਦੀ ਕੋਸ਼ਿਸ਼ ਕੀਤੀ ਮਾਰਕੀਟ 'ਚ। ਤੇ ਜਿਹੜਾ ਮੇਰਾ ਫਰੈਂਡ ਸੀਗਾ ਉਹਨੂੰ ਇੰਨਾ ਇੰਟਰਸਟਿੰਗ ਨਹੀਂ ਲੱਗਿਆ ਕੰਮ, ਉਹ ਪਿੱਛੇ ਹਟ ਗਿਆ। ਮੈਨੂੰ ਇਹ ਲੱਗਿਆ ਵੀ ਮੈਂ ਇਹ ਬਿਜ਼ਨਸ ਨੂੰ ਗਰੋ ਕਰ ਸਕਦਾ ਜੀ। ਚਲੋ ਜੀ, ਉਹ 2 ਗੱਡੀਆਂ ਤੋਂ 4 ਗੱਡੀਆਂ 10 ਗੱਡੀਆਂ, ਹੁਣ ਆਪਣੇ ਕੋਲੇ 100 ਗੱਡੀ ਦੇ ਮੈਟਸ ਹੈਗੇ ਨੇ। ਆਪਣੀ ਆਪਦੀ ਕੰਪਨੀ ਆਰਮਰ ਲਾਈਨ। ਹਾਂਜੀ, ਆਪਣੇ ਕਹਿ ਸਕਦੇ ਆਂਗੇ ਵੀ ਮੇਰੀ ਕੈਟੇਗਰੀ ਦੇ ਵਿੱਚ ਕੈਨੇਡਾ ਦੇ ਵਿੱਚ ਆਪਣਾ ਦੂਜੇ ਨੰਬਰ ਤੇ ਆ ਕੰਮ ਹੁਣ ਇਸ ਕੈਟੇਗਰੀ ਦੇ ਵਿੱਚ। ਹਾਂ, ਆਪਾਂ ਗੱਡੀਆਂ ਦੇ ਫਲੋਰ ਮੈਟਸ ਬਣਾਉਣੇ ਆ ਜੀ। ਹੁਣ ਆਪਾਂ ਆਪਣੇ ਆਰਮਰ ਲਾਈਨ ਦੇ ਹੀ ਟਾਇਰ ਬਣਾ ਰਹੇ ਆ ਜੀ, ਗੱਡੀਆਂ ਦੇ ਜਿਹੜੇ ਆਪਣੇ ਹੁੰਦੇ ਨੇ। ਤੇ ਹੌਲੀ ਹੌਲੀ ਗੱਡੀਆਂ ਦਾ ਕੰਮ ਸ਼ੁਰੂ ਹੋ ਗਿਆ ਨਾਲ ਕਿਉਂਕਿ ਮੈਂ ਇੰਪੋਰਟ ਐਕਸਪੋਰਟ ਦਾ ਕੰਮ ਕੀਤਾ ਸੀਗਾ। ਹਾਂਜੀ। ਮੇਰੇ ਦਿਮਾਗ ਸੀ ਵੀ ਕੋਈ ਵੀ ਇੱਕ ਕੰਮ ਨਹੀਂ ਕਦੇ ਵੀ ਕਰਨਾ ਚਾਹੀਦਾ ਵੀ ਉਹ ਫੇਲ ਹੋ ਸਕਦਾ ਹਨਾ। ਅਪ ਡਾਊਨਸ ਆਉਂਦੇ ਰਹਿੰਦੇ ਨੇ ਬਿਜ਼ਨਸ 'ਚ। ਸ਼ੁਰੂ ਤੋਂ ਮੇਰੇ ਦਿਮਾਗ ਸੀਗਾ ਵੀ 2-3 ਪੈਰਲਲ ਤੁਹਾਡੇ ਛੋਟੇ ਬਿਜ਼ਨਸ ਚਾਹੀਦੇ ਨੇ। ਹਾਂਜੀ। ਤੇ ਹੌਲੀ ਹੌਲੀ ਇਦਾਂ ਹੀ ਮੈਂ ਫਰਨੀਚਰ ਦਾ ਕੰਮ ਸਟਾਰਟ ਕਰ ਲਿਆ। ਫਰਨੀਚਰ ਦੇ ਵਿੱਚ ਆਪਾਂ ਹੋਲਸੇਲ ਕਰਦੇ ਹਾਂ, ਜਿਵੇਂ ਕੁਈਨ ਸਾਈਜ਼ ਬੈੱਡ ਹੋ ਗਏ, ਸਾਡੇ ਆਪਦੇ ਡਿਜ਼ਾਈਨ ਨੇ। ਹੌਲੀ ਹੌਲੀ ਕੁਈਨ ਸਾਈਜ਼ ਬੈੱਡ ਤੋਂ ਸੋਫੇ ਲੱਗ ਗਏ, ਆਪਾਂ ਸੋਫਿਆਂ ਦਾ ਕੰਮ ਕਰਨ ਲੱਗ ਗਏ। ਉਹਦੀ ਮੈਨੂਫੈਕਚਰਿੰਗ ਆਪਾਂ ਆਪ ਕਰਵਾਉਂਦੇ ਆ ਤੇ ਸਾਡੇ ਮਤਲਬ ਆਪਣੇ ਡਿਜ਼ਾਈਨ ਆਪੋ ਅੱਗੇ ਹੋਲਸੇਲ ਕਰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕਹਿ ਕੇ ਚੱਲੀ ਗਏ ਬਰੈਂਪਟਨ ਆ ਕੇ ਤੁਹਾਡਾ ਮੁੱਲ ਪੈ ਗਿਆ ਤੇ ਤੁਹਾਡਾ ਕੰਮਕਾਰ ਸਾਰਾ ਸੈੱਟ ਹੋ ਗਿਆ। ਹਾਂਜੀ। ਸੋ ਇਹ ਸੀਗੀ ਸਾਰੀ ਪ੍ਰੈਜ਼ੈਂਟ ਸਟੋਰੀ ਵੀ ਤੁਸੀਂ ਕਿਵੇਂ ਬਣੇ ਹਨਾ। ਹੁਣ ਆਪਾਂ ਇਹ ਵਿਸ਼ਾ ਛੱਡ ਕੇ ਆਪਾਂ ਦੂਜੇ ਵਿਸ਼ੇ ਵੱਲ ਚੱਲ ਰਹੇ ਹਾਂ ਕਿ ਤੁਹਾਨੂੰ ਵੀ ਪਤਾ ਕਿ ਭਾਰੀ ਮਾਤਰਾ ਦੇ ਵਿੱਚ ਸਟੂਡੈਂਟ ਇੱਧਰ ਨੂੰ ਆ ਰਹੇ ਆ ਆਪਣੇ ਇੰਡੀਆ ਤੋਂ ਹਨਾ। ਹਰੇਕ ਸਟੂਡੈਂਟ ਦੇ ਦਿਮਾਗ 'ਚ ਹੁੰਦਾ ਕਿ ਆਈਲੈਟਸ ਕਰ ਲਈ, ਵੀਜ਼ਾ ਲੱਗ ਗਿਆ, ਦੈਟਸ ਇਟ, ਹੁਣ ਨਜ਼ਾਰੇ ਆ। ਮੈਂ ਥੋੜੀ ਜਿਹੀ ਆਪਣੀ ਮੈਂ ਕਹਿੰਦਾ ਦੇਸੀ ਟੱਚ 'ਚ ਚੱਲੂਗਾ ਨਾ ਬਈ ਆਹੀ ਕਹਿੰਦੇ ਸਟੂਡੈਂਟ। ਸੋ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਟਰਮ ਨੂੰ ਕਿਵੇਂ ਵੇਖਦੇ ਹੋ ਕਿ ਬਈ ਆਈਲੈਟਸ ਕਰ ਲਈ, ਵੀਜ਼ਾ ਲੱਗ ਗਿਆ, ਇਹ ਠੀਕ ਆ ਗੱਲ ਕਿ ਤੁਸੀਂ ਇਹ ਚੀਜ਼ ਨੂੰ ਨਕਾਰਦੇ ਹੋ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀਰੇ, ਆਪਾਂ ਕੋਈ ਵੀ ਕੰਮ ਕਰਦੇ ਆ ਨਾ 2 ਤਰੀਕੇ ਆ ਕੰਮ ਕਰਨ ਦੇ ਹਨਾ। ਇੱਕ ਤਾਂ ਹੈਗਾ ਤੁਸੀਂ ਇੱਥੇ ਮੈਂ ਜਿੰਨੇ ਵੀ ਮੈਂ ਬਿਜ਼ਨਸਮੈਨ ਸਟੱਡੀ ਕੀਤੇ ਨੇ ਇੱਥੇ, ਸਪੋਜ਼ ਕਰੋ ਕਿਸੇ ਦਾ ਫਰਨੀਚਰ ਦਾ ਕੰਮ ਹੈ ਜਾਂ ਕਿਸੇ ਦਾ ਕੋਈ ਵੀ ਕੰਮ ਹੈ ਨਾ, ਉਹ ਬੰਦਿਆਂ ਨੇ ਉੱਥੇ 8 ਤੋਂ 10 ਸਾਲ ਪਹਿਲਾਂ ਉਹ ਕੰਮ ਕੀਤਾ ਆਪ ਹਨਾ। ਜਿਵੇਂ ਇੱਕ BC ਦੇ ਵਿੱਚ ਹੈਗੇ ਨੇ, ਮੈਂ ਉਹਨਾਂ ਦਾ ਮੈਂ ਨਾਂ ਭੁੱਲ ਗਿਆ ਅੰਕਲ ਦਾ, ਉਹਨਾਂ ਦਾ ਕਾਰ ਸੇਲਸ ਦਾ ਬਿਜ਼ਨਸ ਹੈ। ਉਹਨਾਂ ਨੇ 10 ਸਾਲ ਪਹਿਲਾਂ ਗੱਡੀਆਂ ਵੇਚੀਆਂ ਕਿਸੇ ਨਾਲ ਜੀ। ਇੱਕ ਇੱਥੇ ਆਪਣੇ ਨਵ ਭਾਟੀਆ ਨੇ, ਉਹਨਾਂ ਦਾ ਵੀ ਕਾਰ ਸੇਲਸ ਦਾ ਬਿਜ਼ਨਸ ਹੈ। ਉਹਨਾਂ ਨੇ ਆ ਕੇ ਐਜ਼ ਅ ਸੇਲਸਮੈਨ ਕੰਮ ਕੀਤਾ ਪਹਿਲਾਂ ਜੀ। ਉਹਨਾਂ ਨੇ ਇੱਥੇ ਆ ਕੇ ਬਿਜ਼ਨਸ ਸਿੱਖਿਆ ਹਨਾ, 5-4 ਸਾਲ ਆਪਦੀ ਜ਼ਿੰਦਗੀ ਦੇ ਇਨਵੈਸਟ ਕੀਤੇ, ਫਿਰ ਉਹਨਾਂ ਨੇ ਉਹਨੂੰ ਬਿਜ਼ਨਸ 'ਚ ਕਨਵਰਟ ਕੀਤਾ। ਇੱਕ ਤਾਂ ਇਹ ਤਰੀਕਾ ਹੈ, ਚਾਹੇ ਤੁਸੀਂ ਇੱਥੇ ਆ ਕੇ ਉਹ ਕਰ ਲਓ ਹਨਾ। ਇੱਕ ਹੋਰ ਤਰੀਕਾ ਵੀ ਹੈਗਾ ਵੀ ਜਦੋਂ ਸਟੂਡੈਂਟ ਇੰਡੀਆ ਤੋਂ ਆਉਂਦਾ ਤਾਂ ਉਹ ਇੰਡੀਆ ਹੀ ਕੋਈ ਨਾ ਕੋਈ ਕੰਮ ਸਿੱਖ ਕੇ ਆਵੇ। ਉਹਦੇ ਨਾਲ ਕੀ ਹੋ ਜਾਊਗਾ, ਜਦੋਂ ਐਜ਼ ਏ ਸਟੂਡੈਂਟ ਤੁਸੀਂ ਇੱਥੇ ਆਉਂਦੇ ਹੋ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ। ਸਾਰੇ ਕੰਮ ਤੁਹਾਨੂੰ ਫੈਕਟਰੀ 'ਚ ਮਿਲਦੇ ਨੇ, ਉੱਥੋਂ ਤੁਸੀਂ ਕੁਝ ਨਹੀਂ ਸਿੱਖ ਸਕਦੇ ਹਨਾ ਜੀ। ਉਹ ਐਜ਼ ਏ ਲੇਬਰ ਵਰਕ ਹੁੰਦਾ ਉਹ। ਬਟ ਜੇ ਤੁਸੀਂ ਆਇਲਸ ਦੇ ਨਾਲ 5-4 ਮਹੀਨੇ ਦੇ ਵਿੱਚ ਕੋਈ ਵੀ ਕੰਮ ਸਿੱਖ ਕੇ ਆਓ ਉੱਥੋਂ, ਇੱਥੇ ਆ ਕੇ ਤੁਸੀਂ ਇੱਕ ਸਮਾਲ ਬਿਜ਼ਨਸ ਆਪਦਾ ਸ਼ੁਰੂ ਕਰ ਸਕਦੇ ਹੋ। ਜਿਵੇਂ ਪਾਰਟ ਟਾਈਮ ਕੰਮ ਕਰਦੇ ਹੋ ਤੁਸੀਂ, ਸਪੋਜ਼ ਕਰੋ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੋਬਾਈਲ ਰਿਪੇਅਰਿੰਗ ਦਾ ਕੰਮ। ਮੋਬਾਈਲ ਰਿਪੇਅਰਿੰਗ ਦਾ ਕੰਮ 6 ਮਹੀਨੇ 'ਚ ਬੰਦਾ ਸਕਰੀਨ ਚੇਂਜ ਕਰਨੀ ਜਾਂ ਬੇਸਿਕ ਬੰਦਾ ਸਿੱਖ ਸਕਦਾ ਹਨਾ। ਇੱਥੇ ਆ ਕੇ ਤੁਸੀਂ ਸਪੋਜ਼ ਕਰੋ ਜੇ ਇੱਕ ਫੋਨ ਦੀ ਰਿਪੇਅਰ ਕਰਾਉਣੀ ਆ, $70-80 $100 ਖਰਚਾ ਉਹਦਾ, ਜਿਹੜਾ ਉਹਦੇ ਵਿੱਚ ਮਟੀਰੀਅਲ ਲੱਗਦਾ $15-20 ਤੋਂ ਵੱਧ ਨਹੀਂ ਹੁੰਦਾ, ਕਿਉਂਕਿ ਆਪਾਂ ਇੰਡੀਆ ਤੋਂ ਆਏ ਆ, ਆਪਾਂ ਨੂੰ ਪਤਾ ਉਹਦੀ ਕਾਸਟ ਕਿੰਨੀ ਹੈ। ਕਹਿਣ ਦਾ ਮਤਲਬ ਤੁਸੀਂ $60-70 ਘਰੇ ਬੈਠੇ ਬਣਾ ਸਕਦੇ ਹੋ ਜੀ। ਠੀਕ ਹੈ। ਇੱਥੇ ਅੱਜ ਕੱਲ੍ਹ ਔਨਲਾਈਨ ਪਲੇਟਫਾਰਮ ਬਹੁਤ ਨੇ, ਤੁਸੀਂ ਮਾਰਕੀਟ ਪਲੇਸ ਤੇ ਕਿਤੇ ਵੀ ਆਪਦੀ ਐਡ ਪਾ ਦਿਓ ਬਈ ਮੈਂ ਮੋਬਾਈਲ ਰਿਪੇਅਰਿੰਗ ਕਰਦਾ, ਤੁਹਾਨੂੰ ਕੰਮ ਆਉਣ ਲੱਗ ਜੂਗਾ। ਠੀਕ ਹੈ ਨਾ, ਤੁਹਾਨੂੰ ਕਿਤੇ ਜੌਬ ਕਰਨ ਦੀ ਲੋੜ ਨਹੀਂ, ਤੁਸੀਂ ਆਪਦੀ ਪੜ੍ਹਾਈ ਕਰੋ, ਪਾਰਟ ਟਾਈਮ ਤੁਸੀਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰੋ ਤੇ ਤੁਹਾਡਾ ਬਹੁਤ ਵਧੀਆ ਕੰਮ ਚੱਲ ਸਕਦਾ। ਜਦੋਂ ਨੂੰ ਤੁਸੀਂ PR ਹੋਣਾ ਉਦੋਂ ਬਾਅਦ 'ਚ ਤੁਸੀਂ ਆਪਦੀ ਸ਼ਾਪ ਖੋਲ੍ਹ ਸਕਦੇ ਹੋ ਮੋਬਾਈਲ ਰਿਪੇਅਰਿੰਗ ਦੀ, ਤੁਹਾਡੀ ਲਾਈਫ ਸੈੱਟ ਹੈ ਜੀ ਹਨਾ। ਜਾਂ ਤੁਸੀਂ ਕਰ ਸਕਦੇ ਹੋ, ਸਪੋਜ਼ ਕਰੋ ਹੁਣ ਕੰਮ ਦਾ ਮੈਨੂੰ ਪਤਾ ਇੰਡੀਆ ਤੋਂ ਕੋਈ ਨਹੀਂ ਸਿੱਖ ਕੇ ਆਉਂਦਾ, ਹੁਣ ਮੈਂ ਬ੍ਰਦਰ ਦਾ ਐਗਜ਼ਾਮਪਲ ਦਿੰਦਾ, ਮੇਰੇ ਚਾਚਾ ਜੀ ਦਾ ਬੇਟਾ, ਮੈਂ ਉਹਨੂੰ ਬੜਾ ਜ਼ੋਰ ਲਾਇਆ, ਮੈਂ ਕਿਹਾ ਤੂੰ ਟਾਇਰਾਂ ਦਾ ਕੰਮ ਸਿੱਖ, ਉਹਨੇ ਹਜੇ ਤੱਕ ਉਹ ਬਹਾਨੇ ਮਾਰ ਦਿੰਦਾ, ਵੀਰੇ ਮੈਂ ਕੱਲ੍ਹ ਨੂੰ ਜਾਊਂ, ਪਰਸੋਂ ਜਾਊਂ ਹਨਾ, ਸਿੱਖਣ ਹੀ ਨਹੀਂ ਗਿਆ ਉਹ ਕੰਮ। ਅੱਛਾ। ਬਟ ਜੇ ਤੁਹਾਨੂੰ ਟਾਇਰ ਚੇਂਜ ਕਰਨੇ ਬਹੁਤ ਜ਼ਿਆਦਾ ਸੌਖੇ ਨੇ, ਆਪਾਂ ਆਪ ਹੀ ਕਰਦੇ ਹਾਂ। ਜੇ ਤੁਸੀਂ ਥੋੜ੍ਹਾ ਜਿਹਾ ਕੰਮ ਸਿੱਖ ਕੇ ਆਓ ਨਾ, ਇੱਥੇ ਆ ਕੇ ਤੁਹਾਨੂੰ ਰਾਈਟ ਵੇ ਬਹੁਤ ਵਧੀਆ ਜੌਬ ਮਿਲ ਸਕਦੀ ਹੈ ਉਹਦੇ ਨਾਲ ਰਿਲੇਟਡ ਫੀਲਡ ਦੇ ਵਿੱਚ। ਜਦੋਂ ਤੁਸੀਂ PR ਹੋਣਾ
ਤਾਂ ਇੱਕ ਤੁਸੀਂ ਆਲਰੇਡੀ ਮਤਲਬ ਵੀ ਇੱਕ ਬਿਜ਼ਨਸ ਮਾਡਲ ਤੁਹਾਡਾ ਤਿਆਰ ਹੋ ਚੁੱਕਿਆ, ਤੁਹਾਨੂੰ ਮਾਰਕੀਟ ਦੇ ਵਿੱਚ ਲੋਕੀ ਜਾਣਨ ਲੱਗ ਗਏ ਵੀ ਇਹ ਬੰਦਾ ਟਾਇਰ ਚੇਂਜ ਕਰਦਾ ਹੈ, ਤੁਸੀਂ ਆਪਦਾ ਕੰਮ ਕਰ ਲਓ। ਹਾਂਜੀ ਤੁਸੀਂ ਉਰੇ ਹੋਲਸੇਲ ਮਾਰਕੀਟ 'ਚੋਂ ਟਾਇਰ ਚੱਕੋ, ਟਾਇਰ ਸੈੱਲ ਕਰ ਲੱਗ ਜਾਓ। ਜੀ ਠੀਕ ਹੈ ਨਾ, ਇਹ ਮੈਂ ਉਹ ਕੰਮ ਦੱਸ ਰਿਹਾ ਵੀ ਜਿਨ੍ਹਾਂ ਦੇ ਵਿੱਚ ਇਨਵੈਸਟਮੈਂਟ ਕੁਝ ਵੀ ਨਹੀਂ ਹੈਗੀ, ਜੀ ਜੀ ਤੁਹਾਡਾ ਸਕਿੱਲ ਆ ਹਨਾ। ਹਾਂਜੀ ਦੂਜੀ ਗੱਲ ਹੋ ਗਈ, ਇਹ ਤਾਂ ਮੈਂ ਤੁਹਾਨੂੰ ਦੱਸਤਾ ਵੀ ਤੁਸੀਂ ਸਕਿੱਲ ਇੰਡੀਆ ਤੋਂ ਕਿੱਦਾਂ ਦੇ ਸਕਿੱਲ ਸਿੱਖ ਕੇ ਆਉਣੇ, ਇੱਦਾਂ ਦੇ ਬਹੁਤ ਸਕਿੱਲ ਨੇ। ਹਾਂਜੀ ਜੇ ਤੁਸੀਂ ਐਜ਼ ਅ ਸਟੂਡੈਂਟ ਵੀ ਆਉਂਦੇ ਹੋ, ਕੋਸ਼ਿਸ਼ ਕਰੋ ਵੀ ਜਿਹੜੀ ਤੁਹਾਡੀ ਸਟੱਡੀ ਹੈ ਉਹ ਸਕਿਲਡ ਹੋਵੇ। ਉਹ ਜੇ ਤੁਸੀਂ ਨਾਨ ਮੈਡੀਕਲ ਕੀਤੀ ਹੈ, ਜਿਵੇਂ ਮੈਂ ਨਾਨ ਮੈਡੀਕਲ ਕੀਤੀ ਸੀਗੀ, ਮੇਰੀ ਤਾਂ ਚਲੋ ਮੈਂ ਬਿਜ਼ਨਸ ਪੜ੍ਹਿਆ ਇੰਪੋਰਟ ਐਕਸਪੋਰਟ, ਕਿਉਂਕਿ ਮੈਨੂੰ ਇੰਟਰਸਟ ਸੀ ਉਹਦੇ ਵਿੱਚ ਹਨਾ। ਤੁਸੀਂ ਆਟੋ ਮਕੈਨਿਕ ਦਾ ਇੱਥੇ ਡਿਪਲੋਮਾ ਕਰ ਸਕਦੇ ਹੋ ਜੀ। ਜੇ ਤੁਸੀਂ ਸਿਵਲ ਇੰਜੀਨੀਅਰਿੰਗ ਕਰ ਸਕਦੇ ਹੋ ਇੱਥੇ, 2 ਸਾਲ ਦੀ ਜਾਂ 3 ਸਾਲ ਦੀ ਡਿਗਰੀ ਆ +2 ਤੋਂ ਬਾਅਦ। ਜੀ ਉਦੋਂ ਬਾਅਦ ਹੁਣ ਜਿਹੜਾ ਇੱਕ ਸਿਵਲ ਇੰਜੀਨੀਅਰ ਹੈ ਔਨ ਐਨ ਐਵਰੇਜ ਸਾਲ 1.5 ਸਾਲ ਦੇ ਵਿੱਚ ਉਹਨੂੰ $30 ਤੋਂ $35 ਮਿਲਦੇ ਆ ਘੰਟੇ ਦੇ। ਜੀ ਸਕਿਲਡ ਜੌਬ ਆਉਂਦੀ ਆ ਹਨਾ। ਹਾਂਜੀ ਹੌਲੀ ਹੌਲੀ ਲੱਖ 1.5 ਲੱਖ ਤੱਕ ਉਹਨਾਂ ਦਾ ਪੈਕੇਜ ਪਹੁੰਚ ਜਾਂਦਾ, 3-4 ਸਾਲ ਦੇ ਵਿੱਚ ਤੁਹਾਡੀ ਲਾਈਫ ਸੈੱਟ ਹੋ ਜਾਂਦੀ ਹੈ। ਹਾਂਜੀ ਤੁਸੀਂ ਆਟੋ ਮਕੈਨਿਕ ਦਾ ਇੱਥੇ ਉਹ ਕਰਦੇ ਹੋ, ਕੋਰਸ ਕਰਦੇ ਹੋ। ਉਦੋਂ ਬਾਅਦ ਤੁਸੀਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿਹੜਾ ਟਰੱਕ ਮਕੈਨਿਕ ਹੈ, ਹਾਂਜੀ ਮੈਂ ਮਹਾਕ 'ਚ ਪੜ੍ਹਦਾ, ਮੇਰਾ ਇੱਕ ਫਰੈਂਡ ਸੀਗਾ ਮੁੰਡਾ, ਉਹਦੀ ਬਰੈਂਪਟਨ 'ਚ ਸ਼ਾਪ ਆ ਹੁਣ। ਹਾਂਜੀ ਉਹਨੇ ਟਰੱਕ ਮਕੈਨਿਕ ਦਾ ਡਿਪਲੋਮਾ ਕੀਤਾ। ਹੂੰ ਉਦੋਂ ਬਾਅਦ 'ਚ ਉਹਨੇ 2 ਸਾਲ 3 ਸਾਲ ਕਿਸੇ ਨਾਲ ਕੰਮ ਕੀਤਾ। ਹਾਂਜੀ ਜਦੋਂ ਤੁਸੀਂ ਕਿਸੇ ਨਾਲ ਵੀ ਕੰਮ ਕਰਦੇ ਹੋ ਤਾਂ $35 ਤੋਂ $45 ਤੱਕ ਤੁਹਾਨੂੰ ਆਵਰਲੀ ਮਿਲਦੇ ਆ। ਠੀਕ ਹੈ ਜੀ। ਹਨਾ। ਉਸ ਤੋਂ ਬਾਅਦ ਉਹਨੇ ਕੀ ਕੀਤਾ, ਆਪਣੀ ਸ਼ਾਪ ਖੋਲੀ। ਹਾਂਜੀ ਆਪਣੀ ਸ਼ਾਪ ਖੋਲ ਕੇ ਉਹਨੇ 2-3 ਮੁੰਡੇ ਰੱਖੇ ਨੇ। ਅੱਜ ਦੀ ਡੇਟ 'ਚ ਮੈਂ ਜੇ ਗੱਲ ਕਰਾਂ ਤਾਂ ਡੇਲੀ ਦਾ ਉਹ ਮੇਰੇ ਹਿਸਾਬ ਨਾਲ $3,000 ਤੋਂ $5,000 ਦਾ ਕੰਮ ਕਰ ਦਿੰਦਾ ਉਹ ਡੇਲੀ ਦਾ ਆਪਦੀ ਸ਼ਾਪ ਤੇ। ਹਾਂ, ਉਹਦੇ ਕੋਲ ਆਪਣੀ ਸ਼ਾਪ ਆ, ਜੀ 1.5 ਮਿਲੀਅਨ ਦੀ ਉਹਨੇ ਸ਼ਾਪ ਬਾਏ ਕੀਤੀ ਆ ਜੀ। ਤੇ ਉਹਨੇ ਆਪਦਾ ਬਹੁਤ ਵਧੀਆ ਕੰਮ ਸੈੱਟ ਕਰ ਲਿਆ ਹਨਾ। ਹਾਂਜੀ ਕਹਿਣ ਦਾ ਮਤਲਬ ਵੀ ਥੋੜੀ ਜਿਹੀ ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਵੀ ਉੱਥੇ ਆਪਣੇ ਅਸਲ 'ਚ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਾਂ ਕਾਪੀ ਕੈਟ ਆ ਮੋਸਟਲੀ ਜਿਹੜੇ ਆਪਣੇ ਹੁੰਦੇ ਆ ਨਾ। ਜੇ ਨਾਲ ਦਾ ਆਇਲਸ ਕਰਨ ਲੱਗ ਗਿਆ ਮੈਂ ਵੀ ਆਇਲਸ ਕਰੂੰਗਾ। ਹਾਂਜੀ ਜਦੋਂ ਆਪਾਂ ਇੱਥੇ ਆ ਗਏ, ਜੋ ਨਾਲ ਦਾ ਬੰਦਾ ਕੰਮ ਕਰਦਾ ਨਾ ਅਸੀਂ ਵੀ ਉਹੀ ਕੰਮ ਕਰਦੇ ਹਾਂ। ਹਾਂਜੀ ਅਸੀਂ ਕਹਿਣ ਦਾ ਮਤਲਬ ਵੀ ਸਾਡਾ ਇੱਕ ਕੰਫਰਟੇਬਲ ਜ਼ੋਨ ਹੈ ਜਿਹਨੂੰ ਆਪਾਂ ਇੰਗਲਿਸ਼ 'ਚ ਬੋਲਦੇ ਹਾਂ, ਉਹਦੇ 'ਚੋਂ ਅਸੀਂ ਬਾਹਰ ਨਹੀਂ ਜਾਂਦੇ। ਜੀ ਹਾਂ, ਉਹਦੇ 'ਚੋਂ ਬਾਹਰ ਤੁਸੀਂ ਉਹਦੀ ਜਾ ਸਕਦੇ ਹੋ ਜਦੋਂ ਤੁਹਾਡੀ ਕੋਈ ਆਪਣੀ ਸੋਚ ਹੋਊਗੀ। ਹਾਂਜੀ ਹੁਣ ਤੁਸੀਂ ਆਏ ਹੋ ਹਨਾ, ਤੁਸੀਂ ਐਜ਼ ਅ ਸਟੂਡੈਂਟ ਆਏ ਹੋ ਜੀ। ਇੰਡੀਆ 'ਚੋਂ, ਤੁਸੀਂ ਸੋਚ ਕੇ ਆਏ ਹੋ ਵੀ ਮੈਂ ਇੱਕ ਐਂਕਰ ਬਣਨਾ। ਹਾਂਜੀ ਤੁਸੀਂ ਐਜ਼ ਅ ਸਟੂਡੈਂਟ ਹੋ, ਹਾਂਜੀ ਤੁਸੀਂ ਇਹ ਕੰਮ ਕਰ ਰਹੇ ਹੋ, ਕੱਲ ਨੂੰ ਤੁਸੀਂ ਇਹਨੂੰ ਆਪਦਾ ਬਿਜ਼ਨਸ ਕਨਵਰਟ ਕਰ ਸਕਦੇ ਹੋ ਜੀ। ਹਨਾ ਜੀ। ਇਸ ਕਰਕੇ ਸਾਰੇ ਜਿਹੜੇ ਇੰਡੀਆ ਤੋਂ ਬੱਚੇ ਆਉਂਦੇ ਆ, ਮੈਂ ਉਹਨਾਂ ਨੂੰ ਕਹੂੰਗਾ ਵੀ ਆਪਦਾ ਇੱਕ ਏਮ ਬਣਾਓ ਲਾਈਫ ਦਾ ਹਨਾ। ਹਾਂਜੀ ਏਮ ਮੋਟੀਵੇਸ਼ਨਲ ਟਾਕਸ ਦੇਖੋ, YouTube ਤੇ ਬਹੁਤ ਵੀਡੀਓਜ਼ ਆਉਂਦੀਆਂ ਨੇ ਜੀ। ਤੇ ਜਿੰਨੇ ਵੀ ਤਰ੍ਹਾਂ ਦੇ ਕੰਮ ਨੇ ਹਰ ਕੰਮ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰੋ। ਇਹ ਕੰਮ ਕਿਵੇਂ ਹੁੰਦਾ ਜਿੱਥੇ ਤੁਹਾਡਾ ਇੰਟਰਸਟ ਹੋਊਗਾ ਨਾ ਆਟੋਮੈਟਿਕਲੀ ਤੁਹਾਨੂੰ ਉਹਦੇ ਨਾਲ ਅਟਰੈਕਸ਼ਨ ਫੀਲ ਹੋਣ ਲੱਗ ਜੂਗੀ ਵੀ ਯਾਰ ਆਹ ਕੰਮ ਮੈਨੂੰ ਵਧੀਆ ਲੱਗਦਾ। ਹਾਂਜੀ ਇੱਕ ਹੋਰ ਤੁਹਾਨੂੰ ਬਹੁਤ ਵਧੀਆ ਦੱਸਦਾ, ਇੰਡੀਆ ਦੇ ਵਿੱਚ ਇੱਕ ਵੈਬਸਾਈਟ ਹੈ ਸਕਿੱਲ ਇੰਡੀਆ। ਸਕਿੱਲ ਇੰਡੀਆ ਰਾਈਟ। ਹਾਂ, ਇਹ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੀ ਵੈਬਸਾਈਟ ਆ ਉਹ। ਉਹਦੇ ਉੱਤੇ ਫ੍ਰੀ ਦੇ ਵਿੱਚ ਤੁਸੀਂ ਬਹੁਤ ਕੋਰਸ ਸਿੱਖ ਸਕਦੇ ਹੋ। ਜੀ। ਜਿਵੇਂ ਤੁਹਾਨੂੰ ਮੋਬਾਈਲ ਰਿਪੇਅਰਿੰਗ ਦਾ ਕੰਮ ਦੱਸਿਆ, ਕੰਪਿਊਟਰ ਰਿਪੇਅਰਿੰਗ ਦਾ ਕੰਮ ਹੈ, ਕਾਰ ਦਾ ਤੁਸੀਂ ਕੋਈ ਵੀ ਰਿਪੇਅਰ ਕਰਨੀ ਹੈ, ਡੈਂਟਿੰਗ ਪੇਂਟਿੰਗ ਕੁਝ ਵੀ ਤੁਸੀਂ ਕੰਮ ਸਿੱਖਣਾ ਹਨਾ, ਤੁਸੀਂ ਸਕਿੱਲ ਇੰਡੀਆ ਤੋਂ ਸਿੱਖ ਸਕਦੇ ਹੋ ਥਿਊਰੀ ਹਨਾ। ਨਾਲ ਤੁਸੀਂ ਪ੍ਰੈਕਟੀਕਲ ਕਿਸੇ ਵੀ ਲੋਕਲ ਸ਼ਾਪ ਤੇ ਜਾਣ ਲੱਗ ਜਾਓ। ਹੁਣ ਤੁਹਾਨੂੰ ਮੈਂ ਦੱਸਦਾ ਕਾਰ ਦਾ ਡੈਂਟਿੰਗ, ਕਿਉਂਕਿ ਮੈਂ ਤੁਹਾਨੂੰ ਜਿਹੜੇ ਮੋਸਟਲੀ ਬਿਜ਼ਨਸ ਦੱਸੂਗਾ ਮੇਰੇ ਫੀਲਡ ਨਾਲ ਰਿਲੇਟਡ ਦੱਸੂਗਾ ਹਨਾ। ਹਾਂਜੀ ਕਾਰ ਜਿਹੜਾ ਡੈਂਟਿੰਗ ਦਾ ਕੰਮ ਹੈ, ਜੇ ਇੱਕ ਇੱਥੇ ਖਿੜਕੀ ਦੇ ਵਿੱਚ ਛੋਟਾ ਜਿਹਾ ਡੈਂਟ ਪੈ ਜੇ, ਉਹਦੀ ਰਿਪੇਅਰ $1,500 ਤੋਂ $2,000 ਦੀ ਆ ਜੀ। ਇੰਡੀਆ ਦਾ $1,00,000 ਰੁਪਇਆ ਹੋ ਗਿਆ। ਲੱਖ ਸਵਾ ਲੱਖ ਰੁਪਏ। ਹਾਂ, ਹੁਣ ਜੇ ਤੁਸੀਂ ਕਾਰ ਡੈਂਟਿੰਗ ਪੇਂਟਿੰਗ ਦੇ ਤੁਸੀਂ 1 ਸਾਲ ਲਾ ਦੋ ਇੰਡੀਆ, ਤੁਸੀਂ ਆਇਲਸ ਕਰ ਰਹੇ ਹੋ, ਆਇਲਸ 3 ਘੰਟੇ ਕਰਦੇ ਹੋ ਤੁਸੀਂ ਉਦੋਂ ਬਾਅਦ ਕਿਸੇ ਸ਼ਾਪ ਤੇ ਜਾਣ ਲੱਗ ਜਾਓ ਜਿਹੜਾ ਇੱਕ ਡੈਂਟਿੰਗ ਪੇਂਟਿੰਗ ਦਾ ਇੰਨਾ ਤਕੜਾ ਬਿਜ਼ਨਸ ਹੈ ਇੱਥੇ, ਤੇ ਇੱਥੇ ਉਹਨਾਂ ਦੀ ਇੰਨੀ ਜ਼ਿਆਦਾ ਡਿਮਾਂਡ ਆ ਉਹ ਕਿਤੇ ਪੂਰੀ ਹੋਈ ਨਹੀਂ ਹੁੰਦੀ ਜੀ ਹਨਾ। ਹੁਣ ਇੱਕ ਹੋਰ ਬਿਜ਼ਨਸ ਹੈ ਕੰਸਟਰਕਸ਼ਨ ਦਾ। ਜੇ ਤੁਸੀਂ ਕੈਨੇਡਾ ਇਕੱਲੇ ਆਪਾਂ ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ ਨੂੰ 1.5 ਮਿਲੀਅਨ ਘਰ, 15 ਲੱਖ ਘਰ ਇਕੱਲੇ ਇੱਕ ਓਨਟਾਰੀਓ ਸਟੇਟ ਨੂੰ ਚਾਹੀਦੇ ਆ ਅਗਲੇ 10 ਸਾਲਾਂ ਦੇ ਵਿੱਚ। ਠੀਕ ਹੈ, ਇੰਨੇ ਲੋਕ ਇੱਥੇ ਆ ਰਹੇ ਨੇ। ਘਰ ਬਣਾਉਣੇ ਕਿਹਨੇ ਆ? ਕੰਸਟਰਕਸ਼ਨ ਵਰਕਰ ਨੇ। ਕੰਸਟਰਕਸ਼ਨ ਵਰਕਰ ਦੀ ਉਰੇ ਬਹੁਤ ਜ਼ਿਆਦਾ ਤਕੜੇ ਲੈਵਲ ਤੇ ਸ਼ਾਰਟੇਜ ਹੈ। ਹੁਣ ਕੰਸਟਰਕਸ਼ਨ ਇੱਥੇ ਘਰ ਕਿੱਦਾਂ ਦੇ ਨੇ? ਲੱਕੜ ਦੇ ਘਰ ਨੇ। ਤੁਸੀਂ ਇੰਡੀਆ ਤੋਂ ਲੱਕੜ ਦਾ ਕੰਮ ਸਿੱਖ ਕੇ ਆਓ, ਤੁਹਾਨੂੰ ਨਾਰਮਲ ਲੱਕੜ ਕੱਟਣੀ ਆਉਂਦੀ ਆ ਹਨਾ। ਕਹਿਣ ਦਾ ਮਤਲਬ ਤੁਹਾਨੂੰ ਲੱਕੜ ਦਾ ਬੇਸਿਕ ਕੰਮ ਆਉਂਦਾ। ਇੱਥੇ ਆ ਕੇ ਤੁਸੀਂ ਕਿਸੇ ਨਾਲ ਵੀ ਜਦੋਂ ਸਟੂਡੈਂਟ ਹੋ, ਤੁਸੀਂ ਪਾਰਟ ਟਾਈਮ ਕਿਸੇ ਵੀ ਕੰਸਟਰਕਸ਼ਨ ਨਾਲ ਉਹਦੇ ਕੰਮ ਤੇ ਜਾਣ ਲੱਗ ਜਾਓ, ਤੁਹਾਨੂੰ ਪੈਸੇ ਜ਼ਰੂਰ ਘੱਟ ਮਿਲਣਗੇ ਨਾਰਮਲ ਦੂਜੇ ਕੰਮਾਂ ਨਾਲੋਂ। ਬਟ ਜੇ ਤੁਸੀਂ 1 ਸਾਲ ਵੀ ਕਿਸੇ ਵੀ ਉਹਦੇ ਫੀਲਡ ਚ ਲਾ ਲਿਆ, ਚਾਹੇ ਉਹ ਚ ਜਿਵੇਂ ਕੰਸਟਰਕਸ਼ਨ ਦੇ ਵਿੱਚ ਕਾਫੀ ਫੀਲਡ ਨੇ ਅੱਗੇ ਹਨਾ, ਇਲੈਕਟ੍ਰੀਸ਼ੀਅਨ ਹੁੰਦੇ ਆ ਉਹਦੇ ਵਿੱਚ, ਤੁਸੀਂ ਕਿਸੇ ਇਲੈਕਟ੍ਰੀਸ਼ੀਅਨ ਨਾਲ ਸਾਲ ਲਾ ਲਓ। ਇੱਕ ਫਰੇਮਿੰਗ ਕਰਦੇ ਨੇ ਜਿਹੜੇ ਲੱਕੜ ਦਾ ਫਰੇਮ ਬਣਾਉਂਦੇ ਨੇ, ਤੁਸੀਂ ਫਰੇਮਰ ਨਾਲ 1 ਸਾਲ ਲਾ ਲਓ। ਤੁਸੀਂ ਕੰਸਟਰਕਸ਼ਨ ਦੇ ਵਿੱਚ
ਕਿਸੇ ਵੀ ਫੀਲਡ ਦੇ ਵਿੱਚ 1 ਸਾਲ ਲਾ ਲਓ, 1 ਸਾਲ ਬਾਅਦ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਘੱਟੋ ਘੱਟ $1,00,000 ਬਣਾ ਸਕਦੇ ਹੋ ਤੁਸੀਂ ਸਾਲ ਦਾ। $1,00,000 ਸੋ ਇਹ ਤੁਸੀਂ ਦੱਸਿਆ ਕਿ ਵੀ ਸਟੂਡੈਂਟ ਕਿਵੇਂ ਬਿਜ਼ਨਸ ਸ਼ੁਰੂ ਕਰ ਸਕਦਾ ਨਾ। ਹਰੇਕ ਸਟੂਡੈਂਟ ਨੂੰ ਮੰਨ ਕੇ ਚਲੋ ਜੇ ਮੈਂ ਇੱਥੇ ਆਇਆ, ਉਹ ਇੰਡੀਆ ਤੋਂ ਚੱਲ ਗਿਆ ਹੈ ਨਾ, ਮੈਨੂੰ ਆਉਣ ਸਾਰ ਤਾਂ ਇਹ ਪਤਾ ਨਹੀਂ ਲੱਗੂਗਾ, ਮੈਨੂੰ ਕਿਸੇ ਨਾ ਕਿਸੇ ਬੰਦੇ ਦੀ ਹੈਲਪ ਚਾਹੀਦੀ ਹੋਊਗੀ। ਸੋ ਤੁਸੀਂ ਉਹ ਹੈਲਪ ਕਰਨ ਲਈ ਤਿਆਰ ਹੋ ਸਟੂਡੈਂਟ ਦੀ ਬਈ, ਜੇ ਕੋਈ ਕਰਨਾ ਚਾਹੁੰਦਾ ਤਾਂ? ਮੈਂ ਵੀਰੇ ਅਸੀਂ ਨਾ ਇੱਕ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਬਿਜ਼ਨਸ ਦੇ ਉੱਪਰ, ਤੇ ਮੈਨੂੰ ਬਹੁਤ ਲੋਕਾਂ ਦੀਆਂ ਕਾਲਸ ਆਉਂਦੀਆਂ ਹੁੰਦੀਆਂ ਸੀ ਕਿ ਭਾਜੀ ਅਸੀਂ ਬਿਜ਼ਨਸ ਸ਼ੁਰੂ ਕਰਨਾ, ਸਾਡੀ ਹੈਲਪ ਕਰੋ। ਫਿਰ ਮੈਂ ਇੱਕ ਕੰਮ ਸਟਾਰਟ ਕੀਤਾ, ਮੇਰਾ ਇੰਪੋਰਟ ਐਕਸਪੋਰਟ ਦਾ ਕੰਮ ਹੈ। ਉਹ ਮੈਂ ਉਹਦੇ ਵਿੱਚੋਂ ਮੈਂ ਕੋਈ ਕਮਾਈ ਨਹੀਂ ਕਰਦਾ, ਉਹ ਫ੍ਰੀ ਆਫ ਕਾਸਟ ਕਰਦਾ। ਤੁਸੀਂ ਤੁਹਾਡੇ ਕੋਲੇ ਕੋਈ ਆਈਡੀਆ ਹੈਗਾ ਹੈ ਨਾ, ਵੀ ਸਪੋਜ਼ ਕਰੋ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਫਰਨੀਚਰ ਦਾ ਕੰਮ ਹੈ ਨਾ, ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ, ਕੋਈ ਪ੍ਰੋਡਕਟ ਆ ਤੁਸੀਂ ਹੋਰ ਕੰਟਰੀ 'ਚੋਂ ਮੰਗਾ ਕੇ ਇੱਥੇ ਵੇਚਣਾ ਚਾਹੁੰਦੇ ਹੋ, ਬਟ ਤੁਹਾਨੂੰ ਪਤਾ ਨਹੀਂ ਹੈਗਾ ਵੀ ਮੈਂ ਉਹਨੂੰ ਇੰਪੋਰਟ ਕਿੱਦਾਂ ਕਰਾਂ ਹੈ ਨਾ, ਮੈਂ ਇੱਥੇ ਆ ਕੇ ਉਹਨੂੰ ਕਿਹੜੇ ਪਲੇਟਫਾਰਮ 'ਤੇ ਵੇਚਾਂ। ਉਹਦੇ ਵਿੱਚ ਅਸੀਂ ਹਰ ਬੰਦੇ ਦੀ ਹੈਲਪ ਕਰਦੇ ਹਾਂ। ਤੁਸੀਂ ਮੈਨੂੰ ਕੰਟੈਕਟ ਕਰੋ, ਤੁਹਾਡੀ ਜਿੰਨੀ ਹੋ ਸਕਦਾ ਮੈਂ ਤੁਹਾਡੀ ਹੈਲਪ ਕਰੂੰਗਾ। ਠੀਕ ਹੈ ਜੀ। ਆਪਦਾ ਇੱਕ ਵਾਰੀ ਜੇ ਤੁਸੀਂ ਨੰਬਰ ਦੱਸ ਦਿਓ ਜਾਂ। ਮੇਰਾ ਨੰਬਰ ਹੈਗਾ 6475646690। ਠੀਕ। ਬਟ ਮੈਂ ਕੋਸ਼ਿਸ਼ ਕਰੂੰਗਾ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਮੈਨੂੰ ਮੈਸੇਜ ਹੀ ਕਰਿਓ, ਮੈਨੂੰ ਕਾਲ ਨਾ ਕਰਿਓ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਨੇ। ਹਾਂਜੀ। ਤੇ ਇਹ ਮੇਰਾ ਇੱਕ ਮਤਲਬ ਹੈਲਪ ਕਰਨ ਦਾ ਮੇਰਾ ਇੱਕ ਆਪਦੀ ਥਿਊਰੀ ਹੈ। ਮੈਂ ਇਹ ਸੋਚਦਾ ਵੀ ਜਿਵੇਂ ਆਪਾਂ ਗੁਰਦੁਆਰੇ ਦੇ ਵਿੱਚ ਲੰਗਰ ਲਾਉਂਦੇ ਆ ਹੈ ਨਾ, ਆਪਾਂ ਭੁੱਖੇ ਨੂੰ, ਕਿਉਂਕਿ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ। ਬਟ ਜਿਹੜੀ ਚੀਜ਼ ਮੈਂ ਇੱਥੇ ਆ ਕੇ ਫੀਲ ਕੀਤੀ ਹੈ ਵੀ ਜੇ ਤੁਸੀਂ ਕਿਸੇ ਓਨਰ ਆਪਰੇਟਰ ਟਰੱਕ ਵਾਲੇ ਕਿਸੇ ਬੰਦੇ ਨੂੰ ਜਿਹਦੇ ਕੋਲ ਆਪਦੇ ਟਰੱਕ ਨਹੀਂ ਕਹੋਗੇ ਵੀਰੇ ਮੈਂ ਆਪਦਾ ਟਰੱਕ ਪਾਉਣਾ ਹੈ ਨਾ, ਕਿਵੇਂ ਇਹ ਕੰਮ, ਉਹ ਤੁਹਾਨੂੰ ਡੀਮੋਟੀਵੇਟ ਕਰੂਗਾ। ਉਹ ਕਹੂਗਾ ਵੀ ਟਰੱਕਿੰਗ ਨਾ ਕਰੀ ਜੀ, ਕੋਈ ਫਾਇਦਾ ਨਹੀਂ। ਤੁਸੀਂ ਕਿਸੇ ਕੰਸਟਰਕਸ਼ਨ ਵਾਲੇ ਬੰਦੇ ਨੂੰ ਪੁੱਛੋਗੇ ਵੀਰੇ ਜੇ ਮੈਂ ਕੰਸਟਰਕਸ਼ਨ ਦਾ ਕੰਮ ਸਿੱਖਣਾ ਹੋਵੇ, ਉਹ ਤੁਹਾਨੂੰ ਕਹੂਗਾ ਵੀ ਵੀਰੇ ਟਰੱਕ ਇਹ ਨਹੀਂ, ਬਹੁਤ ਵਧੀਆ ਕੰਮ ਨਹੀਂ ਹੈਗਾ ਇਹ, ਕੋਈ ਹੋਰ ਕੰਮ ਕਰ ਲਾ ਤੂੰ। ਹਾਂਜੀ। ਬਟ ਮੇਰਾ ਆਪਦੀ ਜ਼ਿੰਦਗੀ ਦਾ ਇਹ ਅਸੂਲ ਹੈ ਵੀ ਜ਼ਰੂਰੀ ਨਹੀਂ ਵੀ ਜਿਹੜੀ ਸੇਵਾ ਉਹ ਲੰਗਰ ਲਾ ਕੇ ਹੁੰਦੀ ਹੈ ਜੀ। ਜੇ ਮੈਨੂੰ ਕਿਸੇ ਚੀਜ਼ ਦੀ ਨੌਲੇਜ ਹੈ, ਜੇ ਮੈਂ ਨੌਲੇਜ ਵੀ ਸ਼ੇਅਰ ਕਰੂੰਗਾ ਹੈ ਨਾ, ਮੈਂ ਹੁਣ ਇੱਕ ਬੰਦੇ ਦੀ ਮੈਂ ਮਾੜੀ ਮੋਟੀ ਹੈਲਪ ਕਰਤੀ ਉਹਦਾ ਕੰਮ ਸਟਾਰਟ ਕਰਨ 'ਚ, ਜਿੰਨੀ ਕੁ ਮੈਨੂੰ ਨੌਲੇਜ ਆ ਹੈ ਨਾ, ਉਹ ਮੇਰੀ ਨੌਲੇਜ ਨਾਲ ਉਹਨੇ ਆਪਦੀ ਨੌਲੇਜ ਤੇ ਮੇਰੀ ਨੌਲੇਜ ਇਕੱਠੇ ਹੋ ਕੇ ਉਹਨੇ ਇੱਕ ਬਿਜ਼ਨਸ ਸਟਾਰਟ ਕਰ ਲਿਆ। ਕੱਲ੍ਹ ਨੂੰ ਉਹ ਬੰਦਾ ਕਾਮਯਾਬ ਹੋ ਗਿਆ, ਉਹਦੀ ਸਾਰੀ ਲਾਈਫ ਸੈੱਟ ਹੋ ਗਈ ਹੈ ਨਾ ਜੀ। ਸੋ ਮੈਂ ਸਾਰੇ ਆਪਦੇ ਭਰਾਵਾਂ ਨੂੰ ਜਿਹੜੇ ਕੈਨੇਡਾ 'ਚ ਰਹਿੰਦੇ ਨੇ ਮੋਸਟਲੀ, ਜਿਨ੍ਹਾਂ ਦੇ ਆਪਦੇ ਕੰਮ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਜਿੰਨਾ ਹੋ ਸਕਦਾ ਤੁਸੀਂ ਇੱਕ ਦੂਜੇ ਦੀ ਹੈਲਪ ਕਰਿਆ ਕਰੋ। ਜਿਹੜੇ ਅੱਜ ਕੱਲ੍ਹ ਸਟੂਡੈਂਟ ਆਉਂਦੇ ਨੇ ਉਹ ਬਹੁਤ ਜ਼ਿਆਦਾ ਕ੍ਰੀਏਟਿਵ ਨੇ ਉਹ। ਹਾਂਜੀ। ਕਿਉਂਕਿ ਪਹਿਲਾਂ ਲੋਕ ਆਉਂਦੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਉਹਦਾ ਰੀਜ਼ਨ ਇਹ ਸੀ ਉਹ ਇੱਥੇ ਆ ਕੇ ਪੜ੍ਹਦੇ ਨਹੀਂ ਸੀਗੇ। ਜਦੋਂ ਤੁਸੀਂ ਇੱਥੇ ਕਾਲਜ ਆਉਂਦੇ ਹੋ, ਕਾਲਜ ਆ ਕੇ ਤੁਹਾਨੂੰ ਥੋੜ੍ਹਾ ਬਹੁਤਾ ਐਕਸਪੋਜ਼ਰ ਮਿਲ ਜਾਂਦਾ। ਤੁਸੀਂ ਵੀ ਜ਼ੀਰੋ ਤੋਂ ਲਾਈਫ ਸਟਾਰਟ ਕਰਦੇ ਹੋ। ਜਿਹੜੇ ਇੱਥੇ ਕੈਨੇਡੀਅਨ ਬੱਚੇ ਨੇ ਕਾਲਜ ਤੋਂ ਬਾਅਦ ਉਹ ਵੀ ਜ਼ੀਰੋ ਤੋਂ ਲਾਈਫ ਸਟਾਰਟ ਕਰਦੇ ਨੇ। ਹਾਂਜੀ। ਅਤੇ ਜਿੰਨੀ ਤੁਹਾਡੀ ਕ੍ਰੀਏਟੀਵਿਟੀ ਹੈ, ਜਿੰਨੀ ਤੁਹਾਡੇ 'ਚ ਐਨਰਜੀ ਹੈ, ਜੇ ਕੋਈ ਬੰਦਾ ਉਹਨੂੰ ਸਹੀ ਪਾਸੇ ਡਾਈਵਰਟ ਕਰ ਦੇ ਤਾਂ ਬੱਚੇ ਬਹੁਤ ਛੇਤੀ ਕਾਮਯਾਬ ਹੋ ਸਕਦੇ ਨੇ ਕੈਨੇਡਾ ਦੇ ਵਿੱਚ। ਸੋ ਹੁਣ ਆਪਾਂ ਇਹ ਸੀਗੀਆਂ ਸਾਰੀਆਂ ਆਪਣੀਆਂ ਗੱਲਾਂ ਬਾਤਾਂ ਨਾ, ਹੁਣ ਆਪਾਂ ਇੰਟਰਵਿਊ ਤੇ ਜਮਾਂ ਲਾਸਟ ਤੇ ਆ। ਹਾਂਜੀ ਹਾਂਜੀ। ਮੈਂ ਚਾਹੁੰਦਾ ਕਿ ਤੁਸੀਂ ਜਿੰਨਾ ਕੁ ਆਪਦੀ ਜ਼ਿੰਦਗੀ ਤੋਂ ਸਿੱਖਿਆ ਹੈ ਨਾ, ਹਾਂਜੀ ਹਾਂਜੀ, ਉਹਦੀ ਕੋਈ ਇੱਕ ਗੋਲਡਨ ਸਟੇਟਮੈਂਟ ਜਿਹਨੂੰ ਆਪਾਂ ਕਹਿੰਦੇ ਆ, ਉਹ ਦਰਸ਼ਕਾਂ ਦੇ ਰੂਬਰੂ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਉਹ ਕਿਵੇਂ ਕਾਮਯਾਬ ਹੋ ਸਕਦੇ ਆ। ਜਾਂ ਇੱਕ ਛੋਟੀ ਜਿਹੀ ਆਪਾਂ ਕਹਿ ਸਕਦੇ ਸਾਰੀ ਜ਼ਿੰਦਗੀ ਨੂੰ ਇੱਕ ਛੋਟੀ ਟਰਮ 'ਚ ਡਿਸਕ੍ਰਾਈਬ ਕਰ ਦਿਓ। ਛੋਟੀ ਟਰਮ 'ਚ ਇਹ ਆ ਵੀ ਸਾਰੇ ਕੋਈ ਲਾਈਫ 'ਚ ਬਿਜ਼ਨਸਮੈਨ ਨਹੀਂ ਬਣਦੇ ਹੈ ਨਾ, ਜਾਂ ਸਾਰੇ ਲੋਕੀ ਪੜ੍ਹ ਕੇ ਸੈੱਟ ਨਹੀਂ ਹੁੰਦੇ। ਜੇ ਆਪਾਂ ਕਹਿ ਦਈਏ ਹਰੇਕ ਬੰਦੇ ਨੂੰ ਵਧੀਆ ਜੌਬਸ ਮਿਲਣਗੀਆਂ, ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਦੇਖੋ ਵੀ ਕਿਹੜੀ ਚੀਜ਼ ਨੂੰ ਤੁਸੀਂ ਇੰਜੋਏ ਕਰਦੇ ਹੋ। ਜੇ ਤੁਸੀਂ ਬਹੁਤ ਵਧੀਆ ਪੇਂਟਰ ਹੋ ਜੀ, ਤਾਂ ਇੱਥੇ ਆ ਕੇ ਤੁਸੀਂ ਜੇ ਪੇਂਟ ਦਾ ਆਪਦਾ ਬਿਜ਼ਨਸ ਕਰ ਲਓ, ਤੁਸੀਂ ਕਾਮਯਾਬ ਹੋ ਜਾਓਗੇ। ਤੁਹਾਨੂੰ ਘੁੰਮਣਾ ਫਿਰਨਾ ਪਸੰਦ ਹੈ, ਤੁਸੀਂ ਬਲੌਗਰ ਬਣ ਜਾਓ ਜੀ, ਠੀਕ ਹੈ ਨਾ। ਕਹਿਣ ਦਾ ਮਤਲਬ ਵੀ ਆਪਦੀ ਲਾਈਫ ਨੂੰ ਜਿੰਨਾ ਹੋ ਸਕਦਾ ਕ੍ਰੀਏਟਿਵ ਬਣਾਉਣ ਦੀ ਕੋਸ਼ਿਸ਼ ਕਰੋ। ਕਦੇ ਵੀ ਕੋਈ ਵੀ ਕੰਮ ਕਿਸੇ ਨੂੰ ਦੇਖ ਕੇ ਨਾ ਕਰੋ ਜੀ। ਮੈਂ ਅੱਜ ਤੁਹਾਨੂੰ ਕਹਿ ਦਾਂ ਵੀ ਭਾਈ ਟਰੱਕਿੰਗ 'ਚ ਬਹੁਤ ਜ਼ਿਆਦਾ ਪੈਸੇ ਨੇ, ਇਹਦਾ ਇਹ ਮਤਲਬ ਨਹੀਂ ਵੀ ਕੱਲ੍ਹ ਨੂੰ ਤੁਸੀਂ ਟਰੱਕ ਦਾ ਹੀ ਲਾਇਸੈਂਸ ਲੈ ਲੈਣਾ। ਹਾਂਜੀ। ਟਰੱਕ 'ਤੇ ਚੜ੍ਹੋ ਜੇ ਤੁਹਾਨੂੰ ਲੱਗਦਾ ਵੀ ਹਾਂ ਕੱਲ੍ਹ ਨੂੰ ਮੈਂ ਟਰੱਕਿੰਗ ਨੂੰ ਬਿਜ਼ਨਸ 'ਚ ਕਨਵਰਟ ਕਰ ਸਕਦਾ, ਜਾਂ ਮੈਨੂੰ ਟਰੱਕ ਚਲਾਉਣਾ ਵਧੀਆ ਲੱਗਦਾ, ਟਰੱਕਿੰਗ ਫੇਰ ਕਰੋ ਜੀ। ਜੇ ਤੁਹਾਨੂੰ ਲੱਗਦਾ ਵੀ ਆਪਣਾ ਮੈਨੂੰ ਕੁਕਿੰਗ ਪਸੰਦ ਹੈ, ਤੁਸੀਂ ਕੁਕਿੰਗ ਲਾਈਨ 'ਚ ਚਲੇ ਜਾਓ, ਉਸੇ ਨੂੰ ਤੁਸੀਂ ਆਪਦਾ ਪ੍ਰੋਫੈਸ਼ਨ ਬਣਾਓ। ਕਹਿਣ ਦਾ ਮਤਲਬ ਜਿਹੜੀ ਚੀਜ਼ ਦੇ ਵਿੱਚ ਤੁਹਾਨੂੰ ਇੰਟਰਸਟ ਹੈ, ਜੇ ਤੁਸੀਂ ਉਸੇ ਚੀਜ਼ ਨੂੰ ਉਹਦਾ ਪ੍ਰੋਫੈਸ਼ਨ ਬਣਾਓਗੇ, ਤੁਸੀਂ ਲਾਈਫ 'ਚ ਬਹੁਤ ਵਧੀਆ ਕਾਮਯਾਬ ਵੀ ਹੋਵੋਗੇ ਤੇ ਤੁਸੀਂ ਲਾਈਫ ਨੂੰ ਇੰਜੋਏ ਵੀ ਕਰੋਗੇ ਜੀ, ਹੈ ਨਾ। ਉਹ ਹੁਣ ਇੱਕ ਮੈਂ ਇਹ 'ਚ ਗੱਲ ਹੋਰ ਐਡ ਕਰੂੰਗਾ। ਜੇ ਆਪਾਂ ਜਦੋਂ ਆਪਾਂ ਕੰਮ 'ਤੇ ਜਾਂਦੇ ਹਾਂ ਸਵੇਰੇ, ਮੈਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਉਦੋਂ ਦੁਖੀ ਹੋ ਵੀ ਯਾਰ ਮੈਂ ਕੰਮ 'ਤੇ ਮੈਨੂੰ ਜਾਣਾ ਪੈ ਰਿਹਾ, ਇਹਦਾ ਮਤਲਬ ਉਹ ਕੰਮ ਤੁਹਾਡੇ ਵਾਸਤੇ ਨਹੀਂ ਬਣਿਆ ਜੀ। ਬਟ ਜਦੋਂ ਤੁਸੀਂ ਸਵੇਰੇ ਜਾ ਰਹੇ ਹੋ, ਤੁਹਾਨੂੰ ਚਾਅ ਗਾ ਕੰਮ 'ਤੇ ਜਾਣ ਦਾ ਵੀ ਅੱਜ ਮੈਂ ਜਾ ਕੇ ਮੈਂ ਐਂ ਕਰੂੰਗਾ ਹੈ ਨਾ, ਇਹਦਾ ਮਤਲਬ ਤੁਸੀਂ ਉਹ ਕੰਮ ਵਾਸਤੇ ਬਣੇ ਹੋ, ਤੁਸੀਂ ਸਿਰਫ ਉਹੀ ਕੰਮ ਕਰੋ ਜੀ। ਹਾਂ।
ਸੋ ਇਹ ਸਨ ਬਾਈ ਦੀਪ ਹਜਰਾ ਆਪਣੇ ਨਾਲ। ਬਾਈ ਨੇ ਸਾਰੀ ਆਪਦੀ ਲਾਈਫ ਐਕਸਪਲੇਨ ਕੀਤੀ ਹੈ ਨਾ, ਬਾਈ ਨੇ ਸਭ ਕੁਝ ਦੱਸਿਆ ਵੀ ਇੱਕ ਸਟੂਡੈਂਟ ਆ ਕੇ ਕਿਵੇਂ ਕਾਮਯਾਬ ਹੋ ਸਕਦਾ। ਸੋ ਮੈਂ ਇਹੀ ਆਸ ਕਰਦਾ ਆਪਦੇ ਦਰਸ਼ਕਾਂ ਤੋਂ ਕਿ ਜਿਹੜੇ ਸਟੂਡੈਂਟ ਦੇਖ ਰਹੇ ਆ ਬਾਈ, ਇਹ ਜਿਹੜੀ ਗੱਲਾਂ ਬਾਈ ਨੇ ਕਹੀਆਂ ਆਪਦੇ ਤੇ ਇੰਪਲੀਮੈਂਟ ਕਰਿਓ। ਜਸਟ ਸੁਣ ਕੇ ਛੱਡਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਸੋ ਆਪਦੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ, ਆਪਦੇ ਪੇਰੈਂਟਸ ਜਿਹੜੇ ਦੇਖ ਰਹੇ ਆ ਉਹ ਆਪਦੇ ਬੱਚਿਆਂ ਨੂੰ ਜਿਹੜੀਆਂ ਬਾਈ ਦੀਆਂ ਗੱਲਾਂ ਇਹਨਾਂ ਤੇ ਜ਼ਰੂਰ ਗੌਰ ਕਰਿਓ। ਸੋ ਇਹ ਸੀ ਸਾਰੀ ਇੰਟਰਵਿਊ। ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਊਗੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।